दिल हो मोहब्बत जन तेरी सत्या जन मन हो मुख हो रहस्य और कथ्य और कमावत मन नहीं प्रीत मुख हो गण लावत जाननहार प्रभु परमेन बाहर पेश न काहूं कीन जन मन होर मुख होर ते कांडे कच्चिया रखते सुखदाए रंग दीदार के विसरिया जिन्ना नाम हे भोए भारतीय आप लिए लड़ लाए दर दरवेश से जिन्ना तन जड़ती माओ आए सफल से परमगार पार गम बेअंत तू जिन्ना पछाता सच चुम्मा पैरों तेरी पनह खुदाए तू दुखी एक फरीदा खैर बीजा गंग पावना जी सानू खैर गंग पावना सानू खैर गंग
ਸਾਰੇ ਕਾਲਨਾਸੀ ਪ੍ਰੇਮੀ ਜਾਂ ਦੂਰੋਂ ਸ਼ਹਿਰਾਂ ਤੋਂ ਆਏ ਪ੍ਰੇਮੀ ਵਾਹ ਕੰਮਾਂ ਕਾਰਾਂ ਦੀ ਨਾ ਪਰਵਾਹ ਕਰਦੇ ਹੋਏ ਸ਼ਹਿਨਸ਼ਾਹ ਸਤਿਗੁਰੂ ਦੀ ਹਜ਼ੂਰੀ 'ਚ ਪਹੁੰਚੇ। ਆਪਣੇ ਸ਼ਹਿਨਸ਼ਾਹ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ। ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜਿਸ ਵਾਸਤੇ ਗੁਰੂ ਦੇ ਹਜ਼ੂਰ ਪਹੁੰਚੇ ਆ ਉਹ ਸਾਡਾ ਕੀ ਏਮ ਕਾਹਦੇ ਵਾਸਤੇ ਆ। ਇਹ ਜਿਹੜਾ ਜੀਵ ਹੈ ਨਾ, ਜਿਹਨੂੰ ਰੂਹ ਕਹਿੰਦੇ, ਇਹ ਕਿਸੇ ਗਲਤੀ ਕਰਕੇ ਪਰਮੇਸ਼ਰ ਤੋਂ ਵਿਛੜੀ ਹੋਈ ਹੈ। ਬਹੁਤ ਕਲਪਾਂ ਹੋ ਗਿਆ ਇਸ ਨੂੰ ਪਰਮੇਸ਼ਰ ਤੋਂ ਵਿਛੜੀ ਨਹੀਂ। ਆਹ ਮਨੁੱਖਾਂ ਦੇ ਪ੍ਰਾਪਤ ਹੋਈ ਆ ਹੁਣ। ਇਸ ਨੇ ਬੇਨਤੀ ਕਰੀ, ਮੇਰੇ ਮਹਾਰਾਜ ਮੇਰੀ ਗਲਤੀ ਕਿਰਪਾ ਕਰੋ, ਮੈਂ ਤੁਹਾਡੇ ਨਾਲ ਮਿਲਾਂਗਾ। ਕਦੋਂ ਗਲਤੀ ਦਾ ਫਲ ਮਿਲਦਾ ਹੁੰਦਾ ਗੁਰਮੁਖੋ। ਪਰਮੇਸ਼ਰ ਕਹਿਣਗੇ ਠੀਕ ਆ, ਹੁਣ ਤਾਂ ਤੂੰ ਵਿਛੜ ਗਿਆ। ਇੱਕ ਤੈਨੂੰ ਚਾਂਸ ਦੇਵਾਂਗਾ ਮੈਂ ਆਪਣੇ ਨਾਲ ਮਿਲਣ ਦਾ ਮੌਕਾ। ਜੀਵ ਕਹਿੰਦਾ ਮਹਾਰਾਜ ਜੀ ਉਹ ਕੀ ਹੋਵੇਗਾ। ਜਿਹੜਾ ਕਾਰ ਵਾਹਿਗੁਰੂ ਕਹਿੰਦਾ ਉਹ ਹੋਵੇਗਾ ਮਨੁੱਖਾ ਸਰੀਰ। ਜਦ ਤੂੰ ਮਨੁੱਖ ਸਰੀਰ ਜਾਣੀ ਇਨਸਾਨ ਦੇ ਸਰੀਰ ਚ ਆਵੇਗਾ, ਉੱਥੇ ਤੈਨੂੰ ਪੂਰਾ ਗਿਆਨ ਹੋਵੇਗਾ ਬੁਰੇ ਔਰ ਭਲੇ ਦਾ। ਆਮ ਦੁਨੀਆ ਨੂੰ ਪਤਾ ਨਹੀਂ ਵੀ ਪਾਪ ਕੀ ਹੁੰਦਾ, ਪੁੰਨ ਕੀ ਹੁੰਦਾ, ਧਰਮ ਕੀ ਹੁੰਦਾ, ਗਿਆਨ ਕੀ ਹੁੰਦਾ। ਇੱਕੋ ਇੱਕ ਇਨਸਾਨ ਭਾਵੇਂ ਜਾਣਦਾ ਹੋਇਆ ਅਣਜਾਣ ਹੋ ਜਾਵੇ, ਪਰ ਅਧਿਕਾਰ ਜ਼ਰੂਰ ਹੈ ਇਸ ਨੂੰ। ਸਰੀਰ ਦੇ ਸੰਬੰਧ ਕਰਕੇ ਪਰਮੇਸ਼ਰ ਨੂੰ ਮਿਲ ਸਕਦਾ। ਉਹ ਜਿਹੜੇ ਆਮ ਜੂਨੀਆਂ ਨੇ ਉਹਨਾਂ ਤੋਂ ਬੀਜ ਮਾਤਰ ਗਿਆਨ ਹੈ, ਬੀਜ ਮਾਤਰ। ਜਿਹੜਾ ਇਨਸਾਨ ਇਸ ਨੂੰ ਹੈ ਵਿਸ਼ੇਸ਼ ਗਿਆਨ। ਜੈਸੇ ਪਸ਼ੂ ਹੁੰਦੇ ਹਨ, ਪਸ਼ੂਆਂ ਦੇ ਬੱਚੇ ਹੁੰਦੇ ਨੇ ਕੱਟੂ ਬਛੜੂ। ਤੁਸੀਂ ਉਹ ਕੱਟੂ ਨੂੰ ਖੋਲੋ, ਜਿਹੜਾ ਹੋਵੇਗਾ ਉਸੇ ਬੈਠਾ ਜਾਵੇਗਾ। ਜੇ ਹੋਰ ਐਸਾ ਨਹੀਂ ਬਣਨ ਦੇਵੇਗੀ ਕਦੇ ਵੀ। ਉਹਨੂੰ ਬੀਜ ਮਾਤਰ ਹੀ ਗਿਆਨ ਹੈ ਵੀ ਇਹ ਕੱਟਰੂ ਮੇਰਾ ਨਹੀਂ ਹੈ। ਹਾਲਾਂਕਿ ਪਸ਼ੂ ਆ ਉਹ, ਪਰ ਉਹਨੂੰ ਪਤਾ ਵੀ ਮੈਨੂੰ ਕਾਹਦੇ ਵਾਸਤੇ ਜਾਵਾਂ, ਕੀ ਕਰਨਾ। ਇਹ ਇੱਕ ਇਨਸਾਨ ਨੂੰ ਹੀ ਪਤਾ ਇਸ ਗੱਲ ਦਾ। ਆਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਇਹਦੇ ਦੋ ਫਰਜ਼ ਨੇ, ਇੱਕ ਤਾਂ ਗਾਉਣ, ਇੱਕ ਮੁੱਖ ਫਰਜ਼।
ਗੌਣ ਫਰਜ਼ ਕੀ ਹੈ? ਤਾਂ ਜਿਹੜੇ ਬੱਚੇ ਪਾਲਦੇ ਆ ਆਪਾਂ, ਇਹ ਵੀ ਕਾਪਾਂ ਨੇ ਨਾਮ ਮਾਤਰ ਰੱਖ ਲਿਆ, ਪਰ ਜਿਹਨੇ ਪੈਦਾ ਕਰੇ ਨੇ ਬੱਚੇ ਪਾਲਦਾ ਤਾਂ ਉਹ ਹੁੰਦਾ ਕੋਈ ਆਪਣੀ ਤਾਂ ਡਿਊਟੀ ਲਾਈ ਹੋਈ ਹੈ। ਪਰ ਮਨੁੱਖਾਂ ਦੇ ਮਿਲੀ ਤਾਂ ਪਰਮੇਸ਼ਰ ਨੂੰ ਮਿਲਣ ਵਾਸਤੇ ਹੈ। ਇਹ ਗੌਣ ਆ, ਮੁੱਖ ਹੈ। ਜੇ ਤੂੰ ਗੌਣ ਫਰਜ਼ ਨਾ ਵੀ ਕਰੇ, ਮੁੱਖ ਫਰਜ਼ ਕਰਨਾ ਸ਼ੁਰੂ ਕਰ ਦੇ, ਫਿਰ ਵੀ ਤੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਪ੍ਰਵਾਨ ਹੋ ਜਾਵੇ। ਜੇ ਤੂੰ ਮੁੱਖ ਫਰਜ਼ ਨੂੰ ਛੱਡ ਕੇ ਗੌਣ ਫਰਜ਼ ਨੂੰ ਮੁੱਖ ਮੰਨ ਲਵੇ, ਤਾਂ ਫਿਰ ਇੱਧਰ ਦੁਨੀਆਂ ਦੇ ਵਿੱਚ ਭਟਕਦਾ ਫਿਰੇਗਾ। ਆਪ ਵੀ ਆਪਾਂ ਭਟਕਦੇ ਹੀ ਆਏ ਹਾਂ। ਹੁਣ ਇਸ ਗੱਲ ਨੂੰ ਆਪਾਂ ਨਹੀਂ ਜਾਣ ਸਕਦੇ। ਆਪਾਂ ਤਾਂ ਅਲਪਾਗਾ ਜੀਵ, ਜੀਵ ਕੋਟੀ ਤੋਂ। ਗੁਰੂ ਹੁੰਦਾ ਹੈ ਸਰਬੱਤ। ਉਹ ਜਾਣਦਾ ਵੀ ਇਹ ਜੀਵ ਮੇਰੇ ਤੋਂ ਵਿਛੜ ਕੇ ਕਿੱਧਰ ਕਿੱਧਰ ਫਿਰਦਾ। ਉਹ ਆਪਾਂ ਨੂੰ ਜਣਾਉਂਦੇ ਨੇ ਗੁਰਬਾਣੀ ਦੁਆਰਾ। ਫਿਰਤ ਬਹੁਤੇ ਜੁਗ ਹਾਰਿਓ, ਮਾਨੁਸ਼ ਦੇ ਲਹੀ। ਨਾਨਕ ਕਹਿਤ ਮਿਲਨ ਕੀ ਵਰੀਆ, ਸਿਮਰਤ ਕਹਾਂ ਨਹੀਂ। ਚਾਰ ਯੁਗ ਮੰਨੇ ਨੇ ਸਿਆਣਿਆਂ ਪੁਰਸ਼ਾਂ ਨੇ, ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ। ਪਰ ਗੁਰੂ ਸਾਹਿਬ ਜੀ ਇੱਥੇ ਬਹੁਤੇ ਯੁੱਗ ਦੱਸਦੇ ਨੇ। ਫਿਰਤ ਬਹੁਤੇ ਯੁੱਗ ਤਾਂ ਚਾਰ ਨੇ ਸਾਰੇ। ਇਹਦੇ ਵਿੱਚ ਕੋਈ ਰਾਜ ਹੈ ਜਿਹਨੂੰ ਭੇਦ ਕਹਿੰਦੇ ਨੇ। ਇਹ ਜਿਹੜਾ ਸਰੀਰ ਹੈ ਇਹ ਮਰ ਜਾਂਦਾ, ਜਿਹੜੀ ਰੂਹ ਹੈ ਉਹ ਮਰਦੀ ਨਹੀਂ ਹੈ। ਉਹ ਪਰਮੇਸ਼ਰ ਦੇ ਵਿੱਚ ਸਰੀਰ ਦੇ ਸੰਬੰਧ ਕਰਕੇ ਲਾਇਕ ਹੋ ਸਕਦੀ ਹੈ, ਵਰਨਾ ਮੌਤ ਆਇਦ ਨਹੀਂ ਹੋਵੇ। ਫਿਰ ਦੇਖ ਲਓ ਆਪਾਂ ਜਿੱਦਾਂ ਪਰਮੇਸ਼ਰ ਜੱਦੇ ਵੀ ਵਿਛੜੇ ਹੋਏ। ਹੁਣ ਜਿਹੜੀ ਆਪਣੇ ਅੰਦਰ ਰੂਹ ਹੈ ਨਾ, ਜੇ ਤਾਂ ਇਹ ਮਨੁੱਖਾਂ ਦੇ ਵਿੱਚ ਪਰਮੇਸ਼ਰ 'ਚ ਮਿਲ ਜਾਂਦੀ ਤਾਂ ਨਹੀਂ ਸੀ ਫਿਰ ਇਹਨੇ ਹੁਣ ਹੋਣਾ। ਇਹ ਆਪ ਹੈ ਹੁਣ ਆਪਣੇ ਅੰਦਰ, ਇਹ ਮਰਦੀ ਨਹੀਂ ਹੈ। ਇਹ ਰੂਹ ਸਤਿਯੁਗ ਦੇ ਵਿੱਚ ਵੀ ਹੋਣੀ ਹੈ ਜਿਹੜੀ ਆਪਣੇ ਅੰਦਰ ਆ। ਤੇ ਫਿਰ ਤ੍ਰੇਤੇ ਯੁੱਗ ਦੇ ਵਿੱਚ ਵੀ ਹੋਵੇਗੀ। ਕੌਰਨੀ ਕਿੰਨੇ ਕੁ ਜਨਮ ਧਾਰੇ ਹੋਣੇ। ਸਰੀਰ ਦੀ ਉਮਰ ਰੂਹ ਦੀ ਉਮਰ ਨਹੀਂ, ਜਿਹਨੂੰ ਜੀਵ ਕਹਿੰਦੇ ਨੇ। ਆਵੇ ਹੋਰ ਸਰੀਰ ਦੇ ਵਿੱਚ ਚਲੀ ਜਾਂਦੀਆਂ ਕਰਮਾਂ ਅਨੁਸਾਰ। ਇਹ ਜਿਹੜਾ ਮਨੁੱਖਾ ਦੇ ਦਾ ਇਹ ਤਾਂ ਹੈ ਨਾ ਸੁਤੰਤਰ। ਤੇ ਜਿਹੜੀਆਂ ਹੋਰ ਜੂਨਾਂ ਨੇ ਉਹ ਪਰਤੰਤਰ ਨੇ। ਜਦ ਇਹ ਸਰੀਰ ਚੋਂ ਨਿਕਲ ਕੇ ਹੋਰ ਜੂਨੀ 'ਚ ਚਲਿਆ ਜਾਵੇਗਾ ਫਿਰ ਐਟੋਮੈਟਿਕ ਚੱਲਣਾ ਇਸ ਮਨੁੱਖਾ ਦੇ ਵਿੱਚ ਐਟੋਮੈਟਿਕ ਨਹੀਂ ਇਹਨੇ ਚੱਲਣਾ ਹੈ। ਮਨੁੱਖਾ ਦੇ ਸੰਬੰਧ ਕਰਕੇ ਪਰਮੇਸ਼ਰ ਨੂੰ ਵੀ ਮਿਲ ਸਕਦਾ ਰੂਹ ਹੈ ਜਿਹੜੀ, ਤੇ ਪਦਾਰਥ ਵੀ ਕਮਾ ਸਕਦਾ, ਦੁਨੀਆ ਦੇ ਅਹੁਦੇ ਹਕੂਮਤਾਂ ਵੀ ਕਰ ਸਕਦਾ। ਪਰ ਜਦ ਸਰੀਰ ਚੋਂ ਨਿਕਲ ਜਾਵੇਗਾ ਨਾ ਕਰਮਾਂ ਦੇ ਅਨੁਸਾਰ ਫਿਰ ਹੋਰ ਸਰੀਰਾਂ 'ਚ ਚਲਿਆ ਜਾਵੇ। ਆਹ ਜਿਹੜਾ ਗੁਰੂ ਵਾਲਾ ਬਣ ਜਾਂਦਾ ਉਹ ਕਹਿੰਦੇ ਫਿਰ ਮਨੁੱਖਾਂ ਦੇ ਤੋਂ ਨਹੀਂ ਗਿਰਦਾ। ਔਰ ਚਾਰ ਯੁੱਗ ਨੇ ਸਾਰੇ।
ਹੁਣ ਇਹ ਜਿਹੜੀ ਰੂਹ ਹੈ ਮਰਦੀ ਨਹੀਂ ਹੈ, ਸਰੀਰ ਚੋਂ ਨਿਕਲ ਜਾਂਦੀ ਹੈ, ਕਰਮਾਂ ਅਨੁਸਾਰ ਹੋਰ ਸਰੀਰ 'ਚ ਚਲੀ ਜਾਂਦੀ ਹੈ। ਤਾਂ ਹੀ ਗੁਰੂ ਸਾਹਿਬ ਨੇ ਦੱਸਿਆ ਨਾ, ਫਿਰਤ ਬਹੁਤ ਹੈ ਜੁਗ ਹਾਰ, ਸਰੀਰ ਨਹੀਂ, ਸਰੀਰ ਦੀ ਤਾਂ 100 ਸਾਲ ਦੀ ਉਮਰ ਕਲਯੁਗ ਦੇ 6000 ਵਰਸ ਕਲਯੁਗ ਬੀਤ ਚੁੱਕਿਆ। ਇਹ ਜਿਹੜੀ ਆਪਣੀ ਅੰਦਰ ਰੂਹ ਆ, ਖਬਰੀ ਕਿਤਨੀਆਂ ਕਜੂਲੀਆਂ ਦੇ ਵਿੱਚ ਫਿਰ ਕੇ ਆਈ ਹੈ। ਆਪ ਇਹ ਸਰੀਰ ਦੇ ਵਿੱਚ ਆਈ ਹੀ ਹੈ, ਜਿਹਨੂੰ ਮਨੁੱਖਾ ਦੇਹ ਕਹਿੰਦੇ। ਜੇ ਤਾਂ ਇਹ ਗੁਰੂ ਵਾਲਾ ਬਣ ਕੇ ਗੁਰੂ ਦੇ ਹੁਕਮ ਅਨੁਸਾਰ ਚੱਲ ਕੇ, ਜੇ ਗੁਰੂ ਵਾਲਾ ਬਣ ਕੇ ਗੁਰੂ ਦੇ ਹੁਕਮ ਅਨੁਸਾਰ ਨਹੀਂ ਚੱਲੇਗਾ ਤਾਂ ਫਿਰ ਇਹ ਭੇਦ ਨਹੀਂ ਹੋ ਸਕਦਾ, ਜੰਮਣ ਵਰਨ ਸੇਹ ਰਹਿਤ ਨਹੀਂ ਹੋ ਸਕਦਾ, ਜੰਮਦਾ ਮਰਦਾ ਰਹੇ, ਮਨੁੱਖਾ ਦੇ ਮਿਲੀ ਜਾਵੇ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਇਹ ਰੂਹ ਆ ਜਿਹੜੀ ਭਟਕਦੀ ਫਿਰਦੀ ਹੈ। ਗੁਰੂ ਸਾਹਿਬ ਜੀ ਰੂਹ ਨੂੰ ਉਪਦੇਸ਼ ਕਰਦੇ ਨੇ ਸਰੀਰ ਦੇ ਸੰਬੰਧ ਕਰਕੇ। ਸਰੀਰ ਤਾਂ ਪਸ਼ੂਆਂ ਦੇ ਵੀ ਹੈਗੇ, ਰੂਹ ਵੀ ਉਹਨਾਂ ਦੇ ਵਿੱਚ ਆ, ਉਹ ਉਪਦੇਸ਼ ਸੁਣਨ ਦਾ ਅਧਿਕਾਰ ਨਹੀਂ ਰੱਖਦੇ। ਇੱਕੋ ਇੱਕ ਇਨਸਾਨ ਗੁਰੂ ਸਾਹਿਬ ਜੀ ਸਰੀਰ ਦੇ ਸੰਬੰਧ ਕਰਕੇ ਰੂਹ ਨੂੰ ਉਪਦੇਸ਼ ਕਰਦੇ ਨੇ। ਕੀ ਕਹਿੰਦੇ ਨੇ, ਆਏ ਜੀਵ ਤੂੰ ਬਹੁਤ ਜੁਗਾਂ ਦਾ ਫਿਰਦਾ ਘੁੰਮਦਾ ਦੁਨੀਆਂ ਦੇ ਵਿੱਚ, ਜਿਸ ਤਰ੍ਹਾਂ ਬੀਰ ਘੁੰਮਦਾ ਹੁੰਦਾ ਜਾਂ ਹਲਟ ਦੀਆਂ ਡੰਡਾ। ਆਪ ਤੈਨੂੰ ਮਨੁੱਖਾ ਦੇ ਪ੍ਰਾਪਤ ਹੋ ਗਈ, ਇਸ ਦੇ ਸੰਬੰਧ ਕਰਕੇ ਤੂੰ ਪਰਮੇਸ਼ਰ ਦੇ ਮਿਲਣ ਦਾ ਕੋਈ ਉਪਾਅ, ਕੋਈ ਸਾਧਨ ਕਰ, ਕੋਈ ਤਰੀਕਾ, ਕੋਈ ਫਾਰਮੂਲਾ ਜੇ ਨਹੀਂ ਕਰੇਗਾ, ਇਸ ਨੇ ਨਿਕਲ ਜਾਣਾ ਇਹਦੇ। ਫਿਰ ਪਤਾ ਨਹੀਂ ਕਦ ਟਾਈਮ ਆਵੇ, ਨਾਮ ਔਰਾ ਮਹਾਂਪੁਰ ਨੂੰ ਹੀ ਆ ਜਾ। ਨਾਨਕ ਕਹੇ ਤੂੰ ਮਿਲਣ ਕੀ ਵਰੀਆ। ਇਹ ਜਿਹੜਾ ਸਰੀਰ ਹੈ ਨਾ, ਇਹ ਪਰਮੇਸ਼ਰ ਨੂੰ ਮਿਲਣ ਦੀ ਇੱਕ ਬਾਰੀ ਆ। ਜਿਸ ਤਰ੍ਹਾਂ ਪਿੱਛੇ ਜਿਹੜੇ 70 ਸਾਲ ਦੇ ਬੁੜੇ ਨੇ ਪਿੰਡਾਂ ਦੇ ਵਿੱਚ ਹਲਟ ਹੁੰਦੇ ਸਨ, ਉਹ ਬਾਰੀਆਂ ਬੰਨੀਆਂ ਹੁੰਦੀਆਂ ਸੀ ਹਲਟਾਂ ਦੀਆਂ। ਸੂਰਜ ਜਾਂ ਤਾਰਿਆਂ ਸੌਂ ਦੇ ਹਿਸਾਬ ਨਾਲ ਉਹ ਦੱਸ ਦਿੰਦੇ ਸੀ ਵੀ ਤੇਰੀ ਬਾਰੀ ਖਤਮ ਹੋ ਗਈ। ਅੱਜ ਕੱਲ੍ਹ ਤਾਂ ਬਹੁਤ ਸਾਧਨ ਹੋ ਗਏ ਨਾ ਟਾਈਮ ਦੱਸਣ ਦਾ, ਤਾਂ ਫਿਰ ਉਹ ਜਿਹੜਾ ਬਾਰੀ ਵਾਲਾ ਲਿਆ ਕੇ ਬਹੁਤ ਕਢਾ ਦਿੰਦਾ ਤੇ ਵੀ ਦਰਖਤ ਦੀ ਸੌਂ ਆ ਗਈ ਉੱਥੇ, ਉਹ ਕਾਢਾ ਕੱਢ ਕੇ ਆਪਣਾ ਪਾ ਲੈਂਦਾ, ਆਪਣਾ ਸੇਜ ਸਿੰਦਾ, ਬੱਚੇ ਪਾਲਦਾ ਸੀ। ਇਸੇ ਤਰ੍ਹਾਂ ਹੀ ਹੁਣ ਇਹ ਜੀਵ ਨੂੰ ਮਨੁੱਖਾ ਸਰੀਰ ਇੱਕ ਬਾਰੀ ਮਿਲੀ ਹੈ। ਬਾਰੀ ਜੇ ਤਾਂ ਬਾਰੀ ਜੋੜ ਲਵੇ ਬਹੁਤ, ਫਿਰ ਤਾਂ ਖੱਤਾ ਸਿੰਜਿਆ ਜਾਵੇਗਾ। ਫਸਲ ਵੀ ਵਰਨਾ ਜੇ ਨਾ ਵਾਰੀ ਲਾਵੇ, ਉਹ ਬਾਰੀ ਤੋਂ ਨਾ ਲਾਭ ਉਠਾਵੇ, ਨਾ ਆਪਣੀ ਕਣਕ ਸਿੰਜੇ, ਤਾਂ ਫਿਰ ਭੁੱਖਾ ਮਰੇਗਾ। ਆਓ ਮਿਲਣ ਦੀ ਵਰੀਆ, ਪਰਮੇਸ਼ਰ ਨੂੰ ਮਿਲਣ ਵਾਸਤੇ ਮਨੁੱਖਾਂ ਦੇ ਮਿਲੀ ਹੈ। ਇਹ ਜਿਹੜੇ ਵਿਹਾਰ ਨੇ ਨਾ, ਗ੍ਰਸਤ ਹੈ ਜਿਹੜਾ, ਇੱਕ ਨਿਸ਼ਾਨ ਹੁੰਦਾ, ਇੱਕ ਇਸ ਦੀ ਛਾਂ ਹੁੰਦੀ ਹੈ। ਛਾਂ ਇੱਥੋਂ ਆਪਾਂ ਵਿਚਾਰ ਕਰੋ ਵੀ ਛਾਂ ਸਹੀ ਹੈ ਕਿ ਉਹ ਜਿਹਦੀ ਛਾਂ ਹੈ ਇਨਸਾਨ ਉਹ ਸਹੀ ਹੈ। ਛਾਂ ਜਿਹੜੀ ਉਹ ਜਿਹਦੀ ਛਾਂ ਹੈ ਉਹਦੇ ਅਧੀਨ ਹੁੰਦੀ ਹੈ। ਜਦ ਉਹ ਖੜ ਜਾਵੇਗਾ ਛਾਂ ਨਹੀਂ ਤੁਰੇਗੀ ਕਦੇ।
ਜਾਂ ਤੁਰ ਪਵੇਗਾ ਛਾਂ ਤੁਰੇਗੀ, ਭੱਜੇਗਾ ਛਾਂ ਭੱਜ ਲਵੇ। ਆਹ ਜਿਹੜਾ ਇਸਦਾ ਗੌਣ ਫੜ ਜਾਏ ਤਾਂ ਛਾਂ ਜਿਹੜੇ ਬੱਚੇ ਪਾਲਣੇ ਨੇ। ਅਸਲੀ ਇਸਦਾ ਫਰਜ਼ ਤਾਂ ਪਰਮੇਸ਼ਰ ਨੂੰ ਮਿਲਣਾ, ਚਾਹੇ ਮੰਨੇ ਚਾਹੇ ਨਾ ਮੰਨੇ। ਜੇ ਤਾਂ ਗੁਰੂ ਦਾ ਹੁਕਮ ਮੰਨ ਲਵੇਗਾ, ਗ੍ਰਸਥ ਨੂੰ ਗੌਣ ਫਰਜ਼ ਸਮਝਦਾ ਹੋਇਆ ਬੱਚਿਆਂ ਨੂੰ ਪਾਲੇਗਾ, ਮੁੱਖ ਫਰਜ਼ ਪਰਮੇਸ਼ਰ ਦੀ ਬੰਦਗੀ ਕਰੇਗਾ, ਤਾਂ ਇਹ ਗ੍ਰਸਥ ਵੀ ਸਫਲਾ ਤੇ ਪਰਮਾਰਥ ਵੀ ਜਿਸ ਵਾਸਤੇ ਮਨੁੱਖਾਂ ਦੇ ਮਿਲੀ ਉਹ ਵੀ ਸਫਲਾ, ਵਰਨਾ ਅਧੂਰਾ ਰਹਿ ਜਾਵੇ। ਚਾਹੇ ਸਵਰਗ ਦਾ ਰਾਜਾ ਬਣ ਜਾਵੇ, ਜੇ ਇਸਨੇ ਪਰਮੇਸ਼ਰ ਨੂੰ ਨਹੀਂ ਪ੍ਰਾਪਤ ਕੀਤਾ ਅਧੂਰਾ ਰਹੇਗਾ। ਇਹਨਾਂ ਦਾ ਤਾਂ ਕਹਿਣਾ ਹੀ ਕੀ ਹੈ ਡੈਮੋਕ੍ਰੇਸੀਆਂ ਦੀਆਂ। ਉਹ ਦੱਸਿਆ ਵੀ ਬਗੈਰ ਸਰੀਰ ਤੇ ਕਦੇ ਆਤਮਾ ਨੂੰ ਨਹੀਂ ਮਿਲ ਸਕਦਾ। ਆਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਆਉਣਾ ਜਿਹੜਾ ਪ੍ਰਸੰਗ ਹੈ ਨਾ ਕੱਲ੍ਹ ਦਾ, ਉਹ ਪਰਮੇਸ਼ਰ ਦੇ ਨਾਮ ਤੇ ਚੱਲਦਾ। ਬਈ ਪਰਮੇਸ਼ਰ ਦਾ ਨਾਮ ਹੈ ਜਿਹੜਾ ਕੋਈ ਪਰਮੇਸ਼ਰ ਦਾ ਨਾਮ ਜਪਦਾ ਨਾ ਗ੍ਰਸਤੀ ਹੈ, ਤਿਆਗੀ ਹੈ, ਕਿਸੇ ਮਤ ਦਾ ਇਨਸਾਨ ਹੈ। ਦੋ ਲੋਕ ਨੇ, ਇੱਕ ਤਾਂ ਪਰਲੋਕ ਹੈ ਜਿਹਨੂੰ ਮੁਕਤ ਕਹਿੰਦੇ ਨੇ, ਇੱਕ ਨੇ ਆ ਜਿਹੜੇ ਪਦਾਰਥ ਸੁਰਗਾਦ। ਉਹ ਪੰਡਤ ਨੇ ਦੱਸਿਆ ਸੀ ਨਾ ਵੀ ਜਿਹੜੀ ਯੁੱਧਿਆ ਪੂਰੀ ਹੈ, ਇੱਕ ਦਫਾ ਤਾਂ ਸੁਰਗਾਂ ਨੂੰ ਚਲੀ ਗਈ, ਇੱਕ ਦਫਾ ਵੈਕੁੰਠਾਂ ਨੂੰ ਚਲੀ ਗਈ। ਹਰੀ ਚੰਦ ਇੱਕ ਰਾਜਾ ਹੋਇਆ, ਗੁਰੂ ਚੱਕਰਵਰਤੀ ਰਾਜਾ ਸੀ ਉਹ। ਉਸਨੂੰ ਸੰਗਤ ਕਰਨ ਸੇ ਗਿਆਨ ਹੋ ਗਿਆ ਵੀ ਦੁਨੀਆ ਦੇ ਵਿੱਚ ਧਰਮ ਹੀ ਸਭ ਕੁਛ ਹੈ। ਤਾਂ ਫਿਰ ਉਸਨੇ ਧਰਮ ਤੇ ਪੁੰਨਾਂ ਤੇ ਸਾਰਾ ਰਾਜ ਭਾਗ ਕੁਰਬਾਨ ਕਰ ਦਿੱਤਾ। ਜਾ ਕੇ ਕਲੂਏ ਚੂਹੇ ਦੇ ਘਰ ਵਿਕ ਗਿਆ ਕਰੋ, ਜਿਨ੍ਹਾਂ ਨੂੰ ਮੱਝ ਵੀ ਕਿਹਾ ਜਾਂਦਾ। ਤਾਂ ਉਹਦਾ ਠੇਕਾ ਸੀਗਾ ਜਿੱਥੇ ਮੁਰਦੇ ਫੂਕਦੇ ਹੁੰਦੇ ਸਨ। ਅੱਜ ਕੱਲ੍ਹ ਵੀ ਠੇਕੇ ਨੇ ਜਿੱਥੇ ਮੁਰਦੇ ਫੂਕਦੇ ਨੇ, ਉੱਥੋਂ ਹੀ ਲੱਕੜੀਆਂ ਸਭ ਕੁਛ ਉੱਥੇ ਹੀ ਮਿਲਦਾ। ਇੱਕ ਉੱਥੇ ਬੰਦਾ ਰੱਖਿਆ ਹੁੰਦਾ ਜਿਹੜਾ ਉਹ ਫਿਰ ਉਹ ਦੇਖਭਾਲ ਕਰਦਾ ਰਹਿੰਦਾ ਵੀ ਕਿਤੇ ਮੁਰਦਾ ਨੰਗਾ ਨਾ ਹੋ ਜਾਏ। ਇਸ ਤਰ੍ਹਾਂ ਦਾ ਉਸ ਦੀ ਜਿਹੜੀ ਰਾਣੀ ਸੀ ਤਾਰਾ, ਉਹ ਕਿਸੇ ਹੋਰ ਦੇਣ ਬਣ ਕੇ ਇਸ ਤਰ੍ਹਾਂ ਦੇ ਨਾਲ ਇਤਨਾ ਧਰਮ ਉਸ ਦੀ ਪਤਨੀ ਰਾਣੀ ਦਾ ਪੁੱਤਰ ਚੜ੍ਹਾਈ ਕਰ ਗਿਆ। ਉਹ ਲੈ ਕੇ ਆਈ, ਉਹ ਅੱਗੇ ਉਸਦਾ ਪਤੀ ਨੌਕਰ ਸੀ ਗੁਰੂ। ਉਸਨੇ ਆ ਕੇ ਕਿਹਾ, ਪਤੀ ਜੀ ਆਪਣਾ ਪੁੱਤਰ ਚੜ੍ਹਾਈ ਕਰ ਗਿਆ, ਇੱਥੇ ਸੰਸਕਾਰ ਕਰ ਦੀਏ। ਉਹ ਕਹਿਣ ਲੱਗਾ, ਮੈਂ ਹੁਕਮ ਦੇ ਵਿੱਚ ਠੀਕ ਹੈ, ਮੇਰੀ ਪਤਨੀ ਹੋਵੇਗੀ, ਇਤਨੇ ਪੈਸੇ ਇੱਥੇ ਰੱਖ ਦੇ ਤੇ ਪੁੱਤਰ ਦਾ ਸੰਸਕਾਰ ਕਰ ਦਿੰਦੇ ਆ। ਹੁਣ ਉਹਦੇ ਕੋਲ ਵਿਚਾਰੀ ਕੋਲ ਕੁਛ ਹੈ ਨਹੀਂ ਸੀ। ਜਾਣੀ ਉਸਨੇ ਇਤਨਾ ਧਰਮ ਤੇ ਪੱਕਾ ਰਿਹਾ, ਨਹੀਂ ਪੁੱਤਰ ਨੂੰ ਸੰਸਕਾਰ ਕਰਨ ਦਿੱਤਾ ਕਰੋ। ਜੋ ਇਤਨਾ ਧਰਮ ਦੇਖਿਆ, ਪਰਮੇਸ਼ਰ ਸਾਖਿਆਤ ਹੋ ਗਿਆ। ਹਰੀ ਚੰਦ ਰਾਜੇ
ਵੀ ਤਾਂ ਧਰਮ ਨੂੰ ਅਪਣਾ ਕੇ ਦਿਖਾਤਾ ਮੰਗ ਜੋਗ ਸਮੰਗਦਾ। ਹੁਣ ਉਹਦਾ ਫੁਰਨਾ ਧਰਮ ਹੀ ਕਰਦਾ ਸੀ ਨਾ, ਮੁਕਤ ਦਾ ਫੁਰਨਾ ਨਹੀਂ ਸੀ ਉਸਦਾ। ਕਹਿੰਦਾ ਸਾਰੀ ਜੁੱਧਿਆ ਸੁਰਗਾਂ ਨੂੰ ਜਾਵੇ, ਉਹਨਾਂ ਦਾ ਫਲ ਹੈ ਸੁਰਗ। ਤਥਾਸਤੂ। ਜਿਹੜੇ ਉਸ ਟਾਈਮ ਦੇ ਜੀਵ ਸਨ ਸਾਰੇ ਉਹ ਨਾਲ ਹੀ ਲੈ ਗਏ। ਤੇ ਫਿਰ ਉੱਥੇ ਰਾਮਚੰਦਰ ਜੀ ਦਾ ਅਵਤਾਰ ਹੋਇਆ ਅਯੁੱਧਿਆ। ਉਹ ਸਾਰੇ ਜੀਵਾਂ ਨੂੰ ਵੈਕੁੰਠਾਂ ਨੂੰ ਲੈ ਗਏ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਵੀ ਪੰਡਿਤ ਜੀ ਇਹੋ ਦੱਸ ਤੂੰ, ਸਾਰੀ ਅਯੁੱਧਿਆ ਤੇਰਾ ਸੁਰਗਾਰ ਵੈਕੁੰਠਾਂ ਨੂੰ ਚਲੀ ਗਈ ਤੇ ਆ ਕਿਉਂ ਇੱਥੇ ਵਸਦੀ ਹੈ ਦੁਨੀਆ? ਪੜ੍ਹਿਆ ਲਿਖਿਆ ਪੰਡਿਤ ਸੀ, ਵਿਚਾਰ ਰੱਖਦਾ ਸੀ। ਕਹਿਣ ਲੱਗਾ ਮਹਾਰਾਜ ਠੀਕ ਹੈ, ਵਸਦੀ ਤਾਂ ਇੱਥੇ ਹੀ ਹੈ, ਪਰ ਉਸ ਟਾਈਮ ਦੀਆਂ ਜਿਹੜੀਆਂ ਰੂਹਾਂ ਸੀ ਨਾ ਉਹ ਚਲੀਆਂ ਗਈਆਂ ਉਹਨਾਂ ਦੇ ਨਾਲ, ਰਾਮਚੰਦਰ ਦੇ ਨਾਲ ਵੈਕੁੰਠਾਂ ਨੂੰ ਚਲੀਆਂ ਗਈਆਂ, ਹਰੀ ਚੰਦ ਦੇ ਨਾਲ ਸੁਰਗਾਂ ਨੂੰ ਚਲੀਆਂ ਗਈਆਂ। ਕਹਿੰਦੇ ਅੱਛਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੰਡਿਤ ਜੀ ਕਹਿੰਦੇ ਜਿੱਥੇ ਨੂੰ ਜਾਣਾ ਚਾਹੇ ਸਾਰੀ ਦੁਨੀਆ ਜਾ ਸਕਦੀ ਹੈ। ਪੰਡਿਤ ਹੈਰਾਨ ਹੋ ਗਿਆ ਜਦੋਂ ਇਹ ਤਾਂ ਅਯੁੱਧਿਆ ਹੀ ਗਈ ਹੈ ਨਾ, ਸਿਰਫ ਸਾਰੀ ਦੁਨੀਆ ਜਾ ਸਕਦੀ ਹੈ ਜਿੱਥੇ ਨੂੰ ਜਾਣਾ ਹੋਵੇ। ਹੈਰਾਨ ਹੋ ਗਿਆ ਪੰਡਿਤ। ਕਹਿੰਦਾ ਮਹਾਰਾਜ ਜੀ ਇਹ ਕੈਸੇ, ਇਹ ਕੌਣ ਸਾ ਯੁਗਤੀ ਹੈ ਜਿੱਥੇ ਮਰਜ਼ੀ ਜਾ ਸਕਦਾ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਜਿਹੜਾ ਵਾਹਿਗੁਰੂ ਮੰਤਰ ਜੈਸੀ ਇੱਛਾ ਰੱਖ ਕੇ ਉਸਦਾ ਜਾਪ ਕਰੇਗਾ ਉਸ ਦੇਸ਼ ਨੂੰ ਚਲਿਆ ਜਾਵੇਗਾ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ। ਤਿੰਨ ਸਿਆਣੇ ਵਿੱਚ ਬੋਲਿਓ ਪਰੋ ਬਰੇ ਤੇਰਾ ਨਾਮ ਤੁਲਹਾਵੇ ਚੜ ਕੇ
ਜਿਹੜਾ ਪੁੰਨ ਕਰਦਾ ਉਹ ਫੁਰਨਾ ਰੱਖ ਕੇ ਪੁੰਨ ਕਰਦਾ ਹੁੰਦਾ। ਜੋ ਪੁੰਨਾਂ ਦਾ ਫਲ ਹੁੰਦਾ ਫਲ ਇੱਧਰ ਆ ਜਾਓ, ਇੱਥੇ ਲਿਆਓ ਸੰਤਾਂ ਨੂੰ, ਇੱਧਰ ਆ ਜਾਓ ਮਹਾਰਾਜ ਜੀ, ਤੁਰੇ ਆ ਗਏ। ਤਾਂ ਇਸ ਤਰ੍ਹਾਂ ਦੱਸਿਆ ਫੁਰਨੇ ਨਾਲ ਹਰ ਇੱਕ ਵਸਤੂ ਪ੍ਰਾਪਤ ਹੁੰਦੀ ਹੈ। ਫੁਰਨੇ ਨਾਲ ਜੇ ਫੁਰਨਾ ਹੀ ਨਾ ਕਰੋ ਕੋਈ ਵਸਤੂ ਨਹੀਂ ਪ੍ਰਾਪਤ ਹੋਵੇਗੀ। ਹੁਣ ਆਪਾਂ ਨੇ ਇੰਡੀਆ ਦੇ ਵਿੱਚ ਫੁਰਨਾ ਕਰਿਆ ਵੀ ਜੇ ਵਿਲਾਇਤ ਚਲੇ ਜਾਈਏ ਤਾਂ ਉੱਥੇ ਬਹੁਤ ਪੌਂਡ ਮਿਲਦੇ ਨੇ। ਫੁਰਨਾ ਕਰਿਆ ਨਾ, ਫੁਰਨਾ ਕਰਨ ਸੇ ਫਿਰ ਦੇਖੋ ਕਿਤਨਾ ਪਾ ਕਰਿਆ, ਜ਼ਮੀਨ ਵੇਚੀ, ਏਜੰਟ ਨੂੰ ਰੁਪਈਏ ਦਿੱਤੇ, ਉਹਦੇ ਪੈਰ ਚੁੰਮੇ, ਫੇਰੀਆਂ ਫੇਰੀਆਂ ਕਰਕੇ ਇੱਥੇ ਆ ਗਏ ਗੁਰੂ। ਲਿਆਇਆ ਕੌਣ ਆ ਇੱਥੇ? ਫੁਰਨਾ ਲੈ ਕੇ ਆਇਆ। ਜਿਹਦਾ ਫੁਰਨਾ ਹੀ ਨਹੀਂ ਹੈ ਉਹਨੇ ਕਿੱਥੇ ਜਾਣਾ? ਉਹ ਨਿਸਫੁਰਨੇ ਹਰ ਇੱਕ ਨਹੀਂ ਹੋ ਸਕਦਾ ਗੁਰੂ। ਕੋਈ ਮਹਾਂਪੁਰਸ਼ ਨੇ ਨਿਸਫੁਰਨੇ ਉਹ ਹੈ ਜਿਹਦੀ ਸੁਰਤ ਨਾਮ ਨਾਲ ਜੁੜਦੀ, ਜਿਹਦੀ ਸੁਰਤ ਪਦਾਰਥਾਂ ਨਾਲ ਜੁੜਦੀ ਹੈ, ਕਦੇ ਨਿਸਫੁਰਨੇ ਨਹੀਂ ਹੋ ਸਕਦਾ। ਉਹ ਫੁਰਨਾ ਰੱਖਦਾ ਵੀ ਮੈਂ ਪੁੰਨ ਕਰਾਂ ਸੁਰਗਾਂ ਦੇ ਵਿੱਚ ਚਲਿਆ ਜਾਵਾਂਗਾ, ਚਲਿਆ ਜਾਂਦਾ। ਜੇ ਫਲ ਨਾ ਮਿਲੇ ਫਿਰ ਤਾਂ ਅੰਧ-ਧੁੰਦ ਹੋ ਗਈ ਨਾ ਗੱਲ। ਨਹੀਂ, ਗੁਰੂ ਸਾਹਿਬ ਜੀ ਦਾ ਜਿਹੜਾ ਵਿਧਾਨ ਹੈ ਤਾਂ ਸੂਖਮ, ਜਿਹੜੀ ਸੂਖਮ ਚੀਜ਼ ਹੁੰਦੀ ਆ ਉਸ ਨੂੰ ਕੋਈ ਅਦਲੀ ਬਦਲੀ ਨਹੀਂ ਕਰ ਸਕਦਾ। ਹਾਂ, ਜਿਹੜੀ ਸਥੂਲ ਚੀਜ਼ ਹੈ ਉਸ ਨੂੰ ਆਪਾਂ ਅਦਲੀ ਬਦਲੀ ਕਰਦੇ ਹਾਂ। ਜੋ ਨਿਰਾਕਾਰ ਵਾਹਿਗੁਰੂ ਦਾ ਅਸੂਲ ਹੈ ਉਸ ਨੂੰ ਕੋਈ ਅਦਲੀ ਬਦਲੀ ਨਹੀਂ ਕਰ ਸਕਦਾ। ਆਓ ਸੁਰਗਾਂ ਨੂੰ ਚਲਾ ਗਿਆ ਹਰੀ ਚੰਦਰ ਆਇਆ, ਨਾ ਉੱਥੇ ਜਿਹੜੇ ਜੀਵ ਸਨ ਉਹਨਾਂ ਨੂੰ ਲੈ ਗਿਆ। ਤੇ ਰਾਮ ਚੰਦਰ ਜੀ ਵੈਕੁੰਠ ਤੋਂ ਆਏ ਸਨ, ਉੱਥੇ ਨੂੰ ਚਲੇ ਗਏ ਗੁਰੂ ਤੋਂ, ਸਾਰੀ ਅਯੁੱਧਿਆ ਨੂੰ ਲੈ ਗਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਾਰੀ ਦੁਨੀਆ ਜਿੱਥੇ ਚਾਹੇ ਉੱਥੇ ਜਾ ਸਕਦੀ ਹੈ। ਦੇਖੋ ਕਿਤਨਾ ਵਿਸ਼ਾਲ ਹੈ ਗੁਰੂ ਸਾਡਾ। ਹੱਦਬੰਦੀਆਂ 'ਚ ਨਹੀਂ ਪਾਉਂਦਾ, ਹੱਦਬੰਦੀਆਂ ਤੋਂ ਅੱਗੇ ਲਿਖਾਉਂਦਾ। ਜੋ ਨਿਰਾਕਾਰ ਵਾਹਿਗੁਰੂ ਦਾ ਚਿਤਾਕਾਤ ਦੇਸ਼ ਹੈ ਨਾ ਆਪਣੇ ਅੰਦਰ, ਉੱਥੇ ਪਹੁੰਚਣ ਦਾ ਉਪਦੇਸ਼ ਕਰਦਾ ਗੁਰੂ ਨਾਨਕ ਦੇਵ ਮਹਾਰਾਜ। ਹੋਰ ਆਮ ਦੁਨੀਆ ਤਾਂ ਉਰੇ ਦੇ ਹੀ ਕਰਦੇ ਨੇ ਨਾ, ਵੀ ਉਹ ਕਰੋ ਸੁਰਗ ਮਿਲੇਗਾ, ਸਰਗ ਦਾ ਰਾਜਾ ਤੂੰ ਬਣ ਜਾਏਗਾ। ਪਰ ਇਹੋ ਕਿਸੇ ਨੇ ਨਹੀਂ ਦੱਸਿਆ ਵੀ ਤੂੰ ਜੋ ਨਿਰਾਕਾਰ ਵਾਹਿਗੁਰੂ ਹੈ ਉਹਦੇ ਵਿੱਚ ਕਿਵੇਂ ਮਿਲੇਗਾ।
ਉਹਦੇ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਕੌਣ ਚੱਕੇਗਾ? ਉਹਨਾਂ ਨੂੰ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆ ਕੇ ਚੱਕਿਆ ਗੁਰਮੁਖੋਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਪੰਡਤ ਜੀ ਸਾਰੀ ਦੁਨੀਆ ਜਿੱਥੇ ਮਰਜੀ ਜਾ ਸਕਦੀ ਹੈ। ਹੈਰਾਨ ਹੋ ਗਿਆ ਪੰਡਤ ਦੇ ਪੈਰਾਂ ਦੀ ਮਿੱਟੀ ਨਿਕਲ ਗਈ। ਕਿਉਂ ਮਿੱਟੀ ਨਿਕਲ ਗਈ? ਉਸ ਦੀ ਸੁਰਗ ਤੋਂ ਅਰ ਬੈਕੁੱਠ ਤੋਂ ਅੱਗੇ ਵਿਚਾਰ ਹੀ ਨਹੀਂ ਕੰਮ ਕਰਦੀ ਹੈ। ਇਹ ਕਹਿੰਦਾ ਮਹਾਰਾਜ ਜੀ ਇਹ ਕੈਸੇ ਹੋ ਸਕਦਾ? ਸਾਰੀ ਦੁਨੀਆ ਜਿੱਥੇ ਚਾਹੇ ਕਿਵੇਂ ਜਾ ਸਕਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਆਪੋ ਆਪਣੇ ਮਤਾਂ ਅਨੁਸਾਰ ਉਹ ਨਿਰਾਕਾਰ ਵਾਹਿਗੁਰੂ ਦੇ ਨਾਮ ਰੱਖੇ ਹੋਏ। ਜਿਹੜਾ ਗੁਰੂ ਵਾਲਾ ਮੁਰਸ਼ਦ ਵਾਲਾ ਬਣ ਕੇ ਨਾਮ ਦਾ ਅਭਿਆਸ ਕਰਦਾ ਨਾ, ਜਿਹਾ ਜਿਹਾ ਫੁਰਨਾ ਰਸਤੇ ਅਭਿਆਸ ਕਰੇਗਾ ਉਸ ਲੋਕ ਨੂੰ ਚਲਿਆ ਜਾਵੇਗਾ। ਜੇ ਨਿਸ਼ਫੁਰਨੇ ਕਰੇਗਾ ਫਿਰ ਨਿਸ਼ਫੁਰਨੇ ਕੌਣ? ਫੁਰਨਾ ਤਾਂ ਆਤਮਾ ਦੇ ਵਿੱਚ ਨਹੀਂ ਹੈ, ਹੋਰ ਸਾਰੇ ਪਦਾਰਥ ਦਵੰਦ ਪਦ ਦੇ ਵਿੱਚ ਨੇ। ਪਰ ਜਦੋਂ ਨਿਰਾਕਾਰ ਵਾਹਿਗੁਰੂ ਹੈ ਨਾ, ਤਿੰਨਾਂ ਗੁਣਾਂ ਤੋਂ ਪਰੇ ਹੈ ਜਿਹੜਾ, ਉਹਦੇ ਵਿੱਚ ਕਹਿੰਦੇ ਫੁਰਨਾ ਨਹੀਂ ਹੈ। ਜਿਹੜਾ ਨਿਸ਼ਫੁਰਨੇ ਬੰਦਗੀ ਕਰਦਾ ਉਹ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੇਸ਼ ਨੂੰ ਚਲਿਆ ਜਾਵੇਗਾ। ਜਿਹੜੀ ਵਸਤੂ ਦੇ ਨਾਲ ਮਨ ਲੱਗਦਾ, ਮਨ ਉਹਦੇ ਨਾਲ ਲੱਗਦਾ ਜਿਹਦਾ ਫੁਰਨਾ ਹੋਵੇ। ਆਓ ਕਲਗੀਧਰ ਮਹਾਰਾਜ ਜੀ ਦਾ ਦਰਬਾਰ ਲੱਗਿਆ ਹੋਇਆ, ਜ਼ੁਲਮ ਨੂੰ ਦੂਰ ਕਰਨਾ ਸੀ ਕਲਗੀਧਰ ਮਹਾਰਾਜ ਜੀ। ਸਨੱਧਵੱਧ ਸੂਰਮੇ ਬੈਠੇ ਨੇ ਸ਼ਾਸਤਰਾਂ ਨਾਲ ਬੜੇ ਹੋਏ। ਕਲਗੀਧਰ ਮਹਾਰਾਜ ਜੀ ਦੇ ਵੀ ਸਰਸਰ ਪਾਏ ਹੋਏ ਨੇ, ਖੱਬੇ ਪਾਸੇ ਤਲਵਾਰ ਪਾਈ ਹੋਈ ਹੈ, ਪਿਛਲੇ ਪਾਸੇ ਤੀਰਾਂ ਦਾ ਪੱਥਾ ਬਣਿਆ ਹੋਇਆ, ਬਰਾਬਰ ਕਮਾਨ ਪਿਆ। ਕਮਾਨ ਦਾ ਭਾਰ ਤਨ ਤੋਂ ਵੀ ਜ਼ਿਆਦਾ ਹੁੰਦਾ ਸੀ। ਤਨ ਉਹ ਇਸ ਤਰ੍ਹਾਂ ਦੇ ਨਾਲ ਬੈਠੇ ਨੇ, ਚੌਂਕੜਾ ਨਹੀਂ ਮਾਰਦੇ ਸਨ, ਧੀਰ ਰਸ ਦੇ ਵਿੱਚ ਬੈਠਦੇ ਸਨ। ਗੋਡਾ ਧਰਤੀ ਨੂੰ ਲਾ ਕੇ ਰੱਖਦੇ ਸਨ ਵੀ ਚੌਂਕੜੀ ਖੋਲ ਕੇ ਉੱਠਣਾ ਚਿਰ ਲੱਗੇਗਾ ਕਿ ਕੋਈ ਐਸਾ ਮੌਕਾ ਬਣ ਜਾਵੇ, ਕਿਸੇ ਗਰੀਬ ਤੇ ਵਿਪਤਾ ਪਈ ਹੋਵੇ, ਕਿਸੇ ਦੇ ਧਰਮ ਨੂੰ ਖੋਇਆ ਜਾਂਦਾ ਹੋਵੇ, ਫਿਰ ਉਹ ਛੇਤੀ ਉੱਠ ਕੇ ਉਸ ਦੀ ਮਦਦ ਕਰ ਸਕਦਾ। ਖੁਦਗਰਜੀ ਨਹੀਂ, ਆਪਣੇ ਵਾਸਤੇ ਨਹੀਂ, ਵਡਿਆਈ ਵਾਸਤੇ ਨਹੀਂ, ਰਾਜ ਭਾਗ ਵਾਸਤੇ ਨਹੀਂ, ਭਲੇ ਵਾਸਤੇ। ਕੋਈ ਪਾਪ ਕਿਸੇ ਮਤ ਦਾ ਕਰਦਾ ਸੀ, ਉਸਨੂੰ ਪਾਪ ਤੋਂ ਹਟਾਉਂਦੇ ਸਨ। ਦਰਬਾਰ ਸਜਿਆ ਹੋਇਆ, ਸੰਗਤ ਬੈਠੀ ਹੈ। ਕਲਗੀਧਰ ਮਹਾਰਾਜ ਦੇ ਚਿਹਰੇ ਕੰਨੀ ਇੱਕ ਟੱਕ, ਜਿਵੇਂ ਚਕੋਰਾ ਚੰਦਰਮਾ ਕੰਨੀ। ਚਕੋਰ ਇੱਕ ਜਾਨਵਰ ਆ, ਉਸਦੀ ਕਹਿੰਦੇ ਪ੍ਰੀਤੀ ਜਾਂ ਪਿਆਰ ਕਹਿੰਦੇ ਨੇ ਜਿਹਨੂੰ ਚੰਦਰਮਾ ਨਾਲ। ਹਾਲਾਂਕਿ ਚੰਦਰਮਾ ਨੂੰ ਕੋਈ ਪਤਾ ਨਹੀਂ ਮੇਰੇ ਨਾਲ ਪਿਆਰ ਹੈ ਚਕੋਰ ਦਾ, ਨਹੀਂ। ਇਹ ਗੁਰੂ ਦੇ ਵਿੱਚ ਵਿਸ਼ੇਸ਼ਤਾ ਹੈ। ਜੇ ਸਿੱਖ ਗੁਰੂ ਨਾਲ ਪਿਆਰ ਕਰਦਾ, ਪਹਿਲੇ ਫਿਰ ਗੁਰੂ ਵੀ ਸਿੱਖ ਨਾਲ ਪਿਆਰ ਕਰਦਾ। ਚੰਦਰਮਾ ਚਕੋਰ ਨਾਲ ਪਿਆਰ ਨਹੀਂ ਕਰਦਾ। ਭਾਈ ਗੁਰਦਾਸ ਜੀ ਨੇ ਲਿਖਿਆ, ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ। ਐ ਸਿੱਖਾ, ਸ਼ਰਧਾ ਨਾਲ ਜਾ ਤੂੰ ਕਦਮ ਰੱਖੇਗਾ, ਗੁਰੂ ਜਾਣਦਾ, ਅਲਪੱਗ ਨਹੀਂ ਜਾਣਦਾ। ਤੇਰੀ ਸ਼ਰਧਾ ਨੂੰ ਗੁਰੂ ਜਾਣਦਾ।
ਜੇ ਸੁਕਲ ਬੈਠੇ ਫੇਰ ਨਹੀਂ ਉਹਨੇ ਆਉਣਾ। ਕਹਿੰਦੇ ਕਰੋਨਾ ਕਦੋਂ ਕਹਿੰਦੇ ਜਿਹੜਾ ਵਾਹਿਗੁਰੂ ਹੈ ਨਾ ਆਪੋ ਆਪਣੇ ਮਤਾਂ ਅਨੁਸਾਰ ਅੱਗੇ ਆ ਕੇ ਸਿੱਖ ਨੂੰ ਮਿਲਦਾ। ਪੜੋ ਪ੍ਰੇਮ ਸਤਿਗੁਰ ਕੋਟ ਪੈਂਦਾ ਅੱਗੇ ਲੈਣੇ
ਸਿੱਖ ਹੋਏ ਨੇ। ਵੇਦ ਵਿਆਸ ਦਾ ਖਿਤਾਬ ਮਿਲਿਆ ਉਹਨਾਂ ਨੂੰ। ਜੋ ਗੁਰਬਾਣੀ ਹੈ ਸਾਰੀ ਉਹਨਾਂ ਨੇ ਹਸਤ ਕਮਲਾਂ ਨਾਲ ਲਿਖੀ ਹੋਈ ਹੈ। ਉਹਨਾਂ ਨੇ ਆਪਣੀਆਂ 12 ਕਵਿਤ ਸਵਈਆਂ ਦੇ ਵਿੱਚ ਲਿਖਿਆ ਵੀ ਜਿਹੜਾ ਸਿੱਖ ਗੁਰੂ ਦਾ ਜਾਨ ਮੱਤਾਂ ਦੇ ਜਿਹੜੇ ਪ੍ਰੇਮੀ ਨੇ ਸ਼ਰਧਾ ਦੇ ਨਾਲ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਦਾ ਹੋਇਆ ਇੱਕ ਕਦਮ ਉਠਾਉਂਦਾ। ਗੁਰੂ ਹੈ ਸਰਬੱਗ, ਉਹ ਹਰ ਇੱਕ ਦੇ ਅੰਦਰ ਦੀ ਜਾਣਦਾ। ਗੁਰੂ ਕੋ ਤਦੇ ਹੀ ਜਾਓ, ਫਿਰ ਫਲ ਦਿੰਦਾ ਹਰ ਇੱਕ ਨੂੰ। ਜਿਹਾ ਕਰਤੱਵ ਕਰਦਾ ਕੋਈ, ਜੇ ਉਸ ਨੂੰ ਪਤਾ ਹੀ ਨਾ ਹੋਵੇ ਵੀ ਕੀ ਕਰਤੱਵ ਕਰਦਾ, ਫਿਰ ਫਲ ਕੈਸੇ ਦੇਵੇਗਾ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਸ਼ਰਧਾ ਦੇ ਨਾਲ, ਸ਼ਰਧਾ ਨੂੰ ਕੌਮ ਜਾਣਦਾ, ਸਿੱਖ ਦੀ ਨੂੰ ਗੁਰੂ ਜਾਣਦਾ। ਜੇ ਸ਼ਰਧਾ ਨਹੀਂ, ਆਉਂਦਾ ਜ਼ਰੂਰ ਹੈ, ਗੁਰੂ ਨੇ ਅੱਗੇ ਨਹੀਂ ਜਾਣਾ ਉਸ ਨੂੰ ਲੈਣ। ਜਿਸ ਤਰ੍ਹਾਂ ਦੱਸਿਆ ਅਪਰਾਧੀ ਦੂਣਾ ਲਵੇ, ਗੁਰੂ ਜਾਣਦਾ ਵੀ ਇਹ ਪਖੰਡ ਕਰਦਾ, ਇਹ ਲੋਕਾਂ ਨੂੰ ਦਿਖਾੜਦਾ ਵੀ ਬੜਾ ਪ੍ਰੇਮੀ ਹੈ ਜੀ, ਇਹ ਬਹੁਤ ਪ੍ਰੇਮੀ ਹੈ। ਬਹੁਤ ਦੁਨੀਆ ਪਖੰਡ ਕਰਦੀ ਆ ਗੁਰੂ ਤੋਂ। ਪਖੰਡ ਨੇ ਕੋਈ ਸਾਰ ਨਹੀਂ ਦੇਣਾ, ਘਾਟੇ 'ਚ ਜਾਣ। ਉਹ ਹਕੀਕਤ ਆ ਨਾ ਜਿਹੜੀ, ਇਹ ਤਾਂ ਕਿਤੇ ਕਿਤੇ ਹੁੰਦੀ ਹੈ। ਤਾਂ ਹੋਤੀ ਮਰਦਾਨ ਦੀ ਸੰਪਰਦਾ ਦੇ ਵਿੱਚ ਗੱਲਾਂ ਦੇਖੀਆਂ ਹੁੰਦੀਆਂ ਗੁਰੂ ਤੋਂ, ਜੋ ਗੁਰਬਾਣੀ ਦੱਸਦੀ ਆ ਉਸ ਤਰ੍ਹਾਂ ਦੇ ਨਾਲ ਉਹਨਾਂ ਮਹਾਂਪੁਰਸ਼ਾਂ ਗੁਰਸਿੱਖਾਂ ਨੇ ਆਪਣੇ ਜੀਵਨ ਦੇ ਵਿੱਚ ਘਟਾ ਕੇ ਦਿਖਾਇਆ। ਘਟਾ ਕੇ ਇੱਕ ਤਾਂ ਨੰਦਾ ਨਾ ਪਖੰਡ, ਇੱਕ ਪ੍ਰੈਕਟੀਕਲੀ ਉਸ ਗੱਲ ਨੂੰ ਜਣਾ ਦੇਣਾ ਹੁੰਦੀ ਆ ਹਕੀਕਤ, ਜਿਹਨੂੰ ਸਚਾਈ ਕਹਿੰਦੇ ਨੇ। ਇਸ ਤਰ੍ਹਾਂ ਦੇ ਨਾਲ ਕਲਗੀਧਰ ਮਹਾਰਾਜ ਜੀ ਤਖ਼ਤ ਤੇ ਬੈਠੇ ਨੇ। ਜਿਸ ਤਰ੍ਹਾਂ ਚਕੋਰਾ ਜਾਂ ਚੰਦਰਮਾ ਚੜ੍ਹਦਾ, ਇੱਕ ਟਾਕ ਨੂੰ ਦੇਖਣਾ ਸ਼ੁਰੂ ਕਰ ਦਿੰਦੀਆਂ ਨੇ। ਜਦ ਕਹਿੰਦੇ ਚੰਦਰਮਾ ਛਿਪਦਾ, ਉਹਨਾਂ ਦੀ ਗਰਦਨ ਪਿੱਛੇ ਨੂੰ ਮੁੜ ਜਾਂਦੀ ਆ, ਪਰ ਉਹ ਦਰਸ਼ਨ ਕਰਨੋਂ ਨਹੀਂ ਹਟਦੇ। ਇਸੇ ਤਰ੍ਹਾਂ ਹੀ ਕਲਗੀਧਰ ਮਹਾਰਾਜ ਜੀ ਦੇ ਚਿਹਰੇ ਦੇ ਸਾਰੇ ਸਰੀਰ ਦੇ ਸੰਗਤਾਂ ਦਰਸ਼ਨ ਕਰਦੀਆਂ ਨੇ। ਪੜੋ ਪ੍ਰੇਮ ਦੇ ਨਾਲ ਸਾਰੇ ਗਰਦਨ ਭਾਵੇਂ ਜਾਵੇ, ਗਰਦਨ ਭਾਵੇਂ ਜਾਵੇ।
ਅਜੀਬ ਦੇ ਵੇਸ਼ ਦਾ ਸਾਧੂ, ਇੱਕ ਕੁੜਤਾ ਨੀਵਾ ਕੋਦੂ ਚ, ਉਹਦੇ ਹੱਥਾਂ ਦੇ ਵਿੱਚ ਖੰਭਾਂ ਦਾ ਮੁੱਠਾ ਫੜਿਆ ਹੋਇਆ, ਖੰਭ ਨੇ ਕਿਸੇ ਜਾਨਵਰ ਦੇ। ਕਲਗੀਧਰ ਮਹਾਰਾਜ ਦੇ ਅੱਗੇ ਰੱਖ ਕੇ ਨਮਸਕਾਰ ਕਰੀ। ਮਰਜ਼ਾਦਾ ਪੁਰਸ਼ੋਤਮ ਗੁਰੂ ਕਹਿਣ ਲੱਗਾ, ਮਹਾਂਪੁਰਸ਼ੋ ਕਿੱਧਰੋਂ ਆਏ ਹੋ? ਸਾਹਮਣੇ ਤੁਸੀਂ ਕੀ ਰੱਖਿਆ? ਸਾਧੂ ਕਹਿੰਦਾ, ਮਹਾਰਾਜ ਜੀ ਇਹ ਮੈਂ ਭੇਟਾ ਰੱਖੀ ਹੈ। ਕਲਗੀਧਰ ਮਹਾਰਾਜ ਕਹਿੰਦੇ, ਸਾਧੂ ਦਾ ਤਾਂ ਦਰਸ਼ਨ ਰੂਪ ਹੀ ਭੇਟ ਰੂਪ ਹੁੰਦਾ, ਦਰਸ਼ਨ ਤੁਸੀਂ ਕਾਹਨੂੰ ਖੇਚਲ ਕਰਨੀ ਸੀ? ਕਹਿੰਦੇ, ਮਹਾਰਾਜ ਜੀ ਸ਼ਾਸਤਰ ਮਰਜ਼ਾਦਾ। ਕਹਿੰਦੇ, ਜਦ ਗੁਰੂ ਨੂੰ ਮਿਲਣ ਜਾਈਏ, ਦਰਸ਼ਨ ਕਰਨ ਜਾਈਏ, ਕਿਸੇ ਮਤ ਦਾ ਹੋਵੇ ਚਾਹੇ ਕੋਈ, ਗੁਰੂ ਕਹਿੰਦੇ ਪਦਾਰਥਾਂ ਦਾ ਭੁੱਖਾ ਨਹੀਂ। ਜੇ ਪਦਾਰਥ ਮੰਗਦਾ, ਗੁਰੂ ਨਹੀਂ ਹੈ ਉਹ ਤਾਂ ਮੰਗਦਾ। ਕਦੇ ਗੁਰੂ ਵੀ ਕਿਸੇ ਕੋਲੋਂ ਮੰਗਦਾ ਦੇਖਿਆ ਗੁਰਮੁਖੋ? ਤੇ ਫਿਰ ਜਿਹੜਾ ਪੁੱਤਰ ਹੈ ਗੁਰੂ ਦਾ, ਉਹ ਕਿਉਂ ਮੰਗਦਾ? ਛੱਡ ਗਿਆ ਫਿਰ ਤਾਂ ਆਪਣੇ ਪਿਤਾ ਨੂੰ। ਲੱਛਣ ਸੁਭਾਵ ਤਾਂ ਉਸਦਾ ਪਿਤਾ ਵਰਗਾ ਹੋਣਾ ਚਾਹੀਦਾ। ਜਿਹੜੇ ਤਿਆਗੀ ਮਹਾਤਮਾ ਕੋਲ ਰਹਿੰਦੇ ਨੇ, ਜੇ ਉਹ ਮੰਗਣ ਲੱਗ ਜਾਣ, ਤਿਆਗਪਣਾ ਹੀ ਖੋਤਾ ਮਹਾਤਮਾ ਦਾ। ਉਹ ਆਪਣੇ ਸ਼ਰਧਾ ਨਾਲ ਚਾਹੇ ਕੋਈ ਕਰੋੜ ਰੁਪਈਆ ਮੱਥਾ ਟੇਕ ਦੇਵੇ, ਕਿਆ ਟੇਕ ਦੇਵੇ, ਪਰ ਜਿਹੜਾ ਮੰਗਣਾ ਨਾ ਕਰੋ ਕੋਈ, ਤਾਂ ਬਹੁਤ ਹਾਸੋਈ ਹੀ ਗੱਲ ਹੈ। ਔਰ ਸਾਡੀ ਸੰਪਰਦਾ ਦੇ ਵਿੱਚ ਬਹੁਤ ਤਿਆਗੀ ਮਹਾਂਪੁਰਸ਼ ਹੈ। ਔਰ ਇਸ ਤਰ੍ਹਾਂ ਦੇ ਨਾਲ ਕਹਿਣ ਲੱਗਿਆ, ਮਹਾਰਾਜ ਸ਼ਾਸਤਰ ਦੀ ਮਰਜ਼ਾਦਾ ਦੱਸਿਆ ਨਾ, ਭਾਵਨੀ ਭਗਤ ਭਾਏ ਕੌਡੀ ਅਗਰ ਭਾਵ ਰੱਖੇ। ਤੁਸੀਂ ਕਿਸੇ ਇਨਸਾਨ ਦੇ ਅੱਗੇ ਕੌਡੀ ਰੱਖ ਦਿਓ, ਚਲਾ ਕੇ ਮਾਰੋ।
ਵੀ ਮੈਨੂੰ ਮਖੌਲ ਕਰਦਾ। ਪਰ ਗੁਰੂ ਕਦੇ ਨਹੀਂ ਕਹੇਗਾ, ਸ਼ਰਧਾ ਦੇਖੇਗਾ ਕਰੋ। ਹੁਣ ਰਾਮਚੰਦਰ ਦੀ ਜ਼ਿਆਦਾ ਭੀੜਣੀ ਦੇ ਸਥਾਨ ਤੇ ਗਏ ਨੇ, ਉਹਨੇ ਵਿਚਾਰੀ ਨੇ ਝੂਠੇ ਵੇਰ ਖੜਾਏ ਸੀ। ਰਾਮਚੰਦਰ ਜੀ ਖੁਸ਼ ਹੋ ਕੇ ਛਕਦੇ ਨੇ, ਨਾਲੇ ਉਸ ਨੂੰ ਕਹਿੰਦੇ ਨੇ ਆਏ ਮਾਤਾ ਇਹੋ ਜਿਹਾ ਭੋਜਨ ਤਾਂ ਸਾਨੂੰ ਕਿਤੇ ਕਿਤੇ ਨਹੀਂ। ਆਓ ਗੁਰੂ ਪਦਾਰਥਾਂ ਦਾ ਭੁੱਖਾ ਨਹੀਂ ਹੈ, ਗੁਰੂ ਵਡਿਆਈ ਦਾ ਭੁੱਖਾ ਨਹੀਂ ਹੈ, ਗੁਰੂ ਮਾਣ ਨਹੀਂ ਚਾਹੁੰਦਾ। ਮਾਣ ਇਹ ਗੱਲਾਂ ਨੇ ਦਵੰਦ ਪੱਦ ਦੇ ਵਿੱਚ। ਉਹ ਜਿਹੜਾ ਪਦ ਆ ਜਿੱਥੇ ਗੱਲ ਨਹੀਂ ਜਾਂਦੀ ਉਸ ਦਾ ਆਪਾਂ ਨੂੰ ਗਿਆਨ ਨਹੀਂ। ਆਓ ਕਹਿੰਦੇ ਗੁਰੂ ਦੇ ਅੱਗੇ ਇੱਕ ਕੌਡੀ ਰੱਖ ਦਿਓ ਸ਼ਰਧਾ ਦੇ ਨਾਲ, ਇਤਨਾ ਖੁਸ਼ ਹੋ ਜਾਵੇਗਾ ਗੁਰੂ ਵੀ ਮੇਰੇ ਗੁਰ ਸਿੱਖ ਦੇ ਜੋ ਇਸ ਦੀ ਹਿੰਮਤ ਸੀ ਸ਼ਰਧਾ ਦੇ ਨਾਲ ਇੱਕ ਕੌਡੀ ਹੀ ਮੇਰੇ ਚਰਨਾਂ ਦੇ ਵਿੱਚ ਰੱਖ ਸਕਦਾ। ਅਗਰ ਇਹਦੇ ਕੋਲ ਪਦਾਰਥ ਹੁੰਦੇ ਤਾਂ ਇਹ ਕਰੋੜਾਂ ਰੁਪਈਆ ਵੀ ਰੱਖ ਲੈਂਦਾ। ਸਰਵ ਨਿਧਾਨ ਦਾਨ ਦੇ ਤੋਂ ਕਹਿੰਦੇ ਉਹਦੇ ਖਜ਼ਾਨੇ ਭਰ ਦਿੰਦਾ ਗੁਰੂ। ਗੁਰੂ ਨੇ ਕਿਹੜਾ ਕੋਈ ਕਿਤੋਂ ਲਿਆਉਣਾ, ਗੁਰੂ ਬਚਨ ਹੀ ਕਰਦੇ ਨੇ। ਬਚਨ ਜਿਵੇਂ ਸਦਾਮਾ ਵਿਚਾਰਾ ਗਰੀਬ, ਉਹ ਕਹਿਣ ਲੱਗਿਆ ਆਪਣੀ ਪੁੱਤਰਾਣੀ ਨੂੰ, ਕਹਿੰਦੇ ਆ ਮੇਰਾ ਮਿੱਤਰ ਕ੍ਰਿਸ਼ਨ ਭਗਵਾਨ ਸੀ, ਅਸੀਂ ਪੜ੍ਹਦੇ ਹੁੰਦੇ ਸੀ ਗੁਰੂ ਕੋ। ਉਹ ਹੁਣ ਰਾਜਾ ਨਾਲੇ ਉਹ ਈਸ਼ਰ ਕੋਟੀਆਂ ਵਿੱਚ ਅਵਤਾਰ ਹੋ ਗਿਆ। ਉਹ ਪੁੱਤਰਾਣੀ ਕਹਿੰਦੀ ਜਾ ਫਿਰ ਆਪਾਂ ਤਾਂ ਸੁੱਕੀਆਂ ਰੋਟੀਆਂ ਖਾਂਦੇ ਆ, ਤੂੰ ਆਪਣੇ ਮਿੱਤਰ ਕੋਲੋਂ ਕੁਛ ਮੰਗ ਲਿਆ ਤੈਨੂੰ ਦੇ ਦੇਵੇਗਾ। ਹੁਣ ਉਹਨਾਂ ਕੋਲ ਵਿਚਾਰਿਆਂ ਕੋਲ ਕੋਈ ਪਦਾਰਥ ਨਹੀਂ, ਖੈਰ ਪਲਤਾਣੀ ਦੇ ਕਹੇ ਤੇ ਉਹ ਚਲਿਆ ਗਿਆ। ਉਹਨੂੰ ਵੀ ਪਤਾ ਕਿ ਵੀ ਸ਼ਾਸਤਰ ਮਰਜ਼ਾਦਾ ਜਿਹੜੀ ਬਗੈਰ ਹੱਥੀਂ ਖਾਲੀ ਨਹੀਂ ਕਦੇ ਗੁਰੂ ਨੂੰ ਸੇਵਣਾ ਚਾਹੀਦੀ। ਚਾਹੇ ਇੱਕ ਫੁੱਲ ਰੱਖ ਦਿਓ ਉੱਥੇ, ਚਾਹੇ ਇੱਕ ਲਾਇਕੀ ਰੱਖ ਦਿਓ, ਪਰ ਭਾਵਨਾ ਹੋਣੀ ਚਾਹੀਦੀ ਹੈ। ਐਸਾ ਨਾ ਹੋਵੇ ਕਰੋੜਾਂਪਤੀ ਤੇ ਅੱਗੇ ਜਾ ਕੇ ਕੌਡੀ ਰੱਖੇਗਾ, ਕੌਡੀ ਰੱਖੇ ਅੱਗੇ ਜਾ ਕੇ ਗੁਰੂ ਦੇ। हाँ जितनी हसीयत है ना, हिम्मत जहाँ उसने कोई वस्तु है उसके अनुसार वो रखे, फिर गुरु खुश होगा, नहीं होना नहीं करेगा। वो आ गया बेचारा टकिया टकाया, तो फिर आके सामने खड़ गया। कृष्ण भगवान ने दूरों देखा भी मेरा मित्र आ गया। करो अपना मित्र कौन है? कलगीधर महाराज, गुरु नानक देव महाराज जी तो लेके जितनियां पातशाहियां हुई, अब मित्र कौन है? गुरबाणी है। और अपना प्यार मित्र का मित्र नाल हुंदा, सिख का प्यार गुरु नाल होना चाहिए। गुरु कौन है? गुरबाणी। गुरबाणी का प्यार होना चाहिए। जिथों गुरबाणी आई जाए तेरे उत्थे लै जावे। आओ इस तरह दे नाल दूरों देश डंडौत कर, हर जी छड्ड संघासन आए जा मित्र देखिया खड़ा। और कृष्ण भगवान तख्त भुल गया, डंडौतां करदा सदामे कन्नी नूं आउंदा। पढ़ो प्रेम नाल, प्रेम की गल है, वो नहीं है। हर जी छड्ड के सिंघासन
ਕ੍ਰਿਸ਼ਨ ਭਗਵਾਨ ਦੇ ਅੱਗੇ ਭੇਟ ਕਰਨ ਵਾਸਤੇ ਕੀ ਲਿਆਇਆ ਗਰੀਬ ਵਿਚਾਰਾ। ਇੱਕ ਤਾਂ ਹੁੰਦੇ ਨੇ ਚੌਲ, ਇੱਕ ਫੂਸ ਸਣੇ ਚੌਲ ਹੁੰਦੇ ਨੇ, ਜਿਨ੍ਹਾਂ ਦਾ ਨਾਮ ਤੰਦੜ ਹੈ। ਤੰਦੜ ਕ੍ਰਿਸ਼ਨ ਭਗਵਾਨ ਨੇ ਨਮਸਕਾਰ ਕਰੀ ਆਪਣੇ ਭਗਤ ਨੂੰ, ਪਰਿਕਰਮਾ ਕਰਕੇ ਪੁੱਛਣ ਲੱਗਾ, ਦੱਸੋ ਕੀ ਹਾਲ ਹੈ। ਜਿਉਂ ਦੱਸੋ ਬਈ ਪਰਤਾਣੀ ਨੇ ਸਾਨੂੰ ਛਕਣ ਵਾਸਤੇ ਕੀ ਦਿੱਤਾ ਤੁਹਾਨੂੰ। ਹੋ ਸਕਦਾ ਪਾਟੀ ਹੋਈ ਗੀਤ ਦੇ ਵਿੱਚ ਬੰਨੇ ਹੋਏ ਨੇ ਤੰਦੜ, ਕਾਛੀ ਦੇ ਨੇ ਸਾਹਮਣੇ। ਕ੍ਰਿਸ਼ਨ ਭਗਵਾਨ ਕਹਿੰਦਾ, ਜਦ ਆਪਾਂ ਪੜ੍ਹਦੇ ਹੁੰਦੇ ਸੀ ਜਦ ਵੀ ਤੂੰ ਇਹੀ ਕੰਮ ਕਰਦਾ ਸੀ, ਲੁਕੋ ਲੈਂਦਾ ਸੀ ਜੀ। ਕ੍ਰਿਸ਼ਨ ਭਗਵਾਨ ਉਹਦੇ ਲੀੜੇ ਫੋਲਣ ਲੱਗ ਗਏ। ਉਹ ਲੀਰ ਸੀ ਵਿਚਾਰੀ ਮਾੜੀ, ਕ੍ਰਿਸ਼ਨ ਭਗਵਾਨ ਨੇ ਜਾਂ ਖਿੱਚੀ ਉਹ ਪਾੜ ਗਈ, ਸਾਰੇ ਧਰਤੀ ਤੇ ਡੁੱਲ ਗਏ। ਧਰਤੀ ਤੋਂ ਚੱਕ ਚੱਕ ਕੇ ਕ੍ਰਿਸ਼ਨ ਭਗਵਾਨ ਤੰਦੜ ਖਾਂਦਾ, ਸਣੇ ਬਿਕ। ਜਿਵੇਂ ਬਿਦਰ ਨੇ, ਬਦਰਾਣੀ ਨੇ ਕ੍ਰਿਸ਼ਨ ਭਗਵਾਨ ਨੂੰ ਗੁੱਦ ਦੀ ਬਜਾਏ ਛਿਲਕਾ ਦੇਣ ਲੱਗੀ, ਕੇਲਿਆਂ ਦਾ ਗਰੂਆ ਖਾਣਾ ਸ਼ੁਰੂ ਕਰ ਦਿੱਤਾ। ਪ੍ਰੇਮ ਦੇ ਮੂਹਰੇ ਨੇਮ ਨਹੀਂ ਹੈ। ਜੇ ਨੇਮ ਹੈ, ਜੇ ਉਹਨੂੰ ਸੋਝੀ ਹੈ ਤਾਂ ਪ੍ਰੇਮ ਹੀ ਨਹੀਂ ਹੈ। ਪ੍ਰੇਮ ਤੇ ਅੱਗੋਂ ਫਿਰ ਮਲਾਪ ਹੈ, ਕਹਿੰਦੇ ਪਰਮੇਸ਼ਰ। ਔਰ ਇਸ ਤਰ੍ਹਾਂ ਦੇ ਨਾਲ ਕੱਲਿਆ ਤਾਂ ਸੀਗਾ। ਉਸ ਪਤਰਾਣੀ ਨੇ ਵੀ ਕੁਛ ਨਾ ਕੁਛ ਲੈ ਕੇ ਆਈ, ਪਰ ਸੁਦਾਮੇ ਨੇ ਮੰਗਿਆ ਨਹੀਂ। ਹੁਣ ਚਾਹੇ ਮੰਗੇ ਚਾਹੇ ਨਾ ਮੰਗੇ, ਸ਼ਰਧਾ ਤਾਂ ਜਾਣਦਾ ਨਾ ਜਿਹੜਾ ਗੁਰੂ ਹੈ। ਗੁਰੂ ਸਾਹਿਬ ਨੇ ਲਿਖਿਆ, ਬਿਨ ਬੋਲਤ ਹੀ ਜਾਣੇ ਹਾਲ। ਜੇ ਬਿਨਾਂ ਬੋਲੇ ਗੁਰੂ ਸਿੱਖ ਦਾ ਫੁਰਨਾ ਨਹੀਂ ਸਮਝਦਾ ਤਾਂ ਫਿਰ ਉਹ ਗੁਰੂ ਹੀ ਨਹੀਂ ਹੈ, ਉਹ ਤਾਂ ਅਲਪੱਗ ਹੈ। ਨਹੀਂ ਕਿਹਾ ਕੁਛ ਗੁਰਮੁਖੋ, ਜਾਣਦਾ ਸੀ ਕ੍ਰਿਸ਼ਨ ਭਗਵਾਨ। ਵਿਦਾ ਕਰਨ ਗਿਆ ਦੂਰ ਸਾਈ, ਉਹ ਵਿਚਾਰਾ ਉਸੇ ਤਰ੍ਹਾਂ ਹੀ ਟੁੱਟੇ ਹੋਏ ਛਿੱਤਰ ਤੁਰਿਆ ਜਾਂਦਾ। ਵੀ ਮੈਨੂੰ ਤਾਂ ਪੜਤਾਣੀ ਨੇ ਹੁਣ ਘਰ ਨਹੀਂ ਵੜਨ ਦੇਣਾ। ਮੈਨੂੰ ਜਿਸ ਵਾਸਤੇ ਕੱਢਿਆ ਸੀ ਮੈਂ ਤਾਂ ਮੰਗ ਨਹੀਂ ਕਰੀ, ਮੈਂ ਤਾਂ ਸੰਗ ਗਿਆ। ਕੀ ਹੋਇਆ? ਚਾਰ ਪਦਾਰਥ ਸਕੁੰਚ ਪਠਾਏ, ਮਹਿਲ ਬਣ ਗਏ ਗੁਰਮੁਖੋਂ। ਫੁਰਨਾ ਹੀ ਕਰਿਆ ਕ੍ਰਿਸ਼ਨ ਭਗਵਾਨ ਜੀ ਨੇ, ਪਦਾਰਥ ਮਹਿਲ ਬਣ ਗਏ। ਇਸ ਤਰ੍ਹਾਂ ਦੇ ਨਾਲ ਜਦ ਘਰ ਕੋਲ ਪਹੁੰਚਾ, ਉਹ ਮੇਰੇ ਤਾਂ ਬੱਚੇ ਹੀ ਕੱਢਤੇ ਕਿਸੇ ਨੇ। ਆ ਕਿਹਨੇ ਮਹਿਲ ਪਾ ਲਏ? ਗੁਰੂ ਸਭ ਕੁਝ ਜਾਣਦਾ, ਗੁਰੂ ਭੁੱਲਿਆ ਹੋਇਆ ਨਹੀਂ ਹੈ। ਆਹ ਸਾਧੂ ਨੇ
ਭੇਟਾ ਰੱਖੀ ਆ ਕੇ। ਕਹਿਣ ਲੱਗੇ ਸਾਧੂ ਦਾ ਤਾਂ ਦਰਸ਼ਨ ਹੀ ਭੇਟ ਰੂਪ ਹੁੰਦਾ। ਮਹਾਂਪੁਰਸ਼ੋ ਕਹਿੰਦੇ ਮਰਜ਼ਾਦਾ, ਸ਼ਾਸਤਰ ਦੀ ਮਰਜ਼ਾਦਾ ਗੁਰੂ ਨੂੰ, ਵਾਹਿਗੁਰੂ ਨੂੰ, ਲਾਂਗਰੀ ਨੂੰ ਇਸ ਤਰ੍ਹਾਂ ਦੇ ਕਈ ਦੱਸੇ ਨੇ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਜਿਹੜਾ ਗੁਰੂ ਦੇ ਅੱਗੇ ਖਾਲੀ ਹੱਥ ਜਾਵੇਗਾ ਖਾਲੀ ਮੁੜੇਗਾ। ਜਿਹੜਾ ਗੁਰੂ ਦੇ ਅੱਗੇ ਇੱਕ ਲਾਇਕੀ ਰੱਖ ਦੇਵੇਗਾ, ਚਾਰ ਪਦਾਰਥ ਗੁਰੂ ਦੇ ਦੇਵੇਗਾ। ਲਿਖਿਆ ਨਾ ਚਾਰ ਪਦਾਰਥ ਭਾਈ ਗੁਰਦਾਸ ਜੀ ਦਾ ਲਿਖਿਆ ਹੈ। ਔਰ ਇਸ ਤਰ੍ਹਾਂ ਦੇ ਨਾਲ ਫਿਰ ਬਚਨ ਮਿਲਾਪ ਸ਼ੁਰੂ ਹੋਏ ਸਾਧੂ ਦੇ ਨਾਲ। ਉਹ ਸਾਧੂ ਕਹਿੰਦਾ ਮਹਾਰਾਜ ਜਿਹੜੇ ਜੋ ਕੁਛ ਵੀ ਆਪ ਉਤਾਰ ਲੈਂਦੇ ਹੋ ਮੈਂ ਦਰਸ਼ਨ ਕਰਨ ਆਉਣਾ ਤੁਹਾਡਾ। ਆਪ ਤੁਸੀਂ ਕਲਯੁਗ ਦੇ ਵਿੱਚ ਉਤਾਰ ਲਿਆ ਜ਼ੁਲਮ ਨੂੰ ਦੂਰ ਕਰਨ ਵਾਸਤੇ। ਆਪ ਮੈਂ ਜਿਹੜੇ ਖੰਭ ਲੈ ਕੇ ਆਇਆ ਨਾ, ਤੀਰਾਂ ਨਾਲ ਜੜਾ ਕੇ ਚਲਾ ਕੇ ਦੇਖੋ ਕੈਸੇ ਵਧੀਆ ਤੀਰ ਚੱਲਣਗੇ। ਤਾਂ ਫਿਰ ਕਲਗੀਧਰ ਮਹਾਰਾਜ ਕਹਿਣ ਲੱਗੇ ਮਿਸਤਰੀ ਸਿੰਘ ਨੂੰ ਭਾਈ ਆ ਲੈ ਜਾ, ਆ ਸਾਡਾ ਪੱਥਾ ਲੈ ਜਾ। ਕੱਲ ਨੂੰ ਇਸ ਟਾਈਮ ਦੇ ਵਿੱਚ ਦਰਬਾਰ ਦੇ ਵਿੱਚ ਸਾਰਿਆਂ ਤੀਰਾਂ ਨਾਲੇ ਖੰਭ ਜੜ ਕੇ ਇੱਥੇ ਹਾਜ਼ਰ ਕਰ ਲੈਂਦੇ। ਸਤਿਵਚਨ ਜੀ ਲੈ ਗਿਆ। ਸਵੇਰ ਹੋਈ ਪੱਥਾ ਲਿਆ ਕੇ ਰੱਖ ਦਿੱਤਾ, ਤੀਰਾਂ ਦਾ ਭਰਿਆ ਹੋਇਆ, ਨਾਲ ਖੰਭ ਜੜੇ ਹੋਏ। ਕਲਗੀਧਰ ਮਹਾਰਾਜ ਕਹਿੰਦੇ ਗੁਰਸਿੱਖਾਂ ਨੂੰ ਵੀ ਉਹ ਕਰੋ, 3-3, 4-4, 5-5, 6 ਨੀਰ ਸਾਈ ਖੜ ਗਏ। ਅਸੀਂ ਤੀਰ ਚਲਾਵਾਂਗੇ ਧਨਸ ਚਿੱਲੇ 'ਚ ਜੋੜ ਕੇ। ਤੀਰ ਗੁਆਚਣ ਨਹੀਂ ਦੇਣਾ ਹੈ, ਸਾਰੇ ਤੀਰ ਲੈ ਕੇ ਆਉਣੇ ਨੇ। ਸ਼ਾਸਤਰਬਾਜੀ ਸਿੱਖ ਜਾਣਦੇ ਹੀ ਸਨ। ਸ਼ਾਸਤਰ ਗਵਾਹ ਹੈ ਕਹਿੰਦੇ ਅਸੀਂ ਜਿਹੜੇ ਸਿੱਖ ਸੀ ਨਾ ਉਸ ਟਾਈਮ ਦੇ, ਸਵਾ ਉਮਰ ਲੋਹਾ ਸਰੀਰ ਦੇ ਨਾਲ ਬੰਨ ਕੇ 6 ਫੁੱਟ ਉੱਚੀ ਕੰਧ ਛਾਲ ਮਾਰ ਕੇ ਟੱਪ ਜਾਂਦੇ। ਆਪਾਂ ਤੇ ਹੁਣ ਖਾਲੀ ਵੀ ਨਹੀਂ ਟੱਪ ਹੁੰਦਾ। ਸਿੱਖਾਂ ਨੇ ਜਾ ਕੇ ਦੂਰ ਤਾਈਂ ਖੜ ਗਏ। ਤੀਰ ਚੱਕਣ ਚਿੱਲੇ ਦੇ ਵਿੱਚ ਜੋੜ ਕੇ ਮਹਾਰਾਜ ਜੀ ਛੱਡ ਦੇਣ। ਸਕਾਟ ਸੁਣੇ, ਚੜਾਹਟ ਧਨਸ ਦੀ ਸੁਣੇ, ਪਰ ਤੀਰ ਧਰਤੀ ਤੇ ਲੱਗ ਗਏ। ਸਾਰਾ ਪੱਥਾ ਚਲਾ ਦਿੱਤਾ ਤੀਰਾਂ। ਜਦ ਟਾਈਮ ਖਾਸਾ ਬੀਤ ਗਿਆ, ਕਲਗੀਧਰ ਮਹਾਰਾਜ ਕਹਿੰਦੇ ਵੀ ਲਿਆਓ ਸਿੱਖਾਂ ਨੂੰ ਸਦਕੇ, ਤੀਰ ਨਹੀਂ ਕੋਈ ਲੈ ਕੇ ਆਇਆ। ਫਿਰ ਸਾਰਾ 300 ਸਿੱਖ ਸਾਹਮਣੇ ਖੜਾ। ਕਹਿੰਦੇ ਭਾਈ ਤੀਰ ਨਹੀਂ ਲੈ ਕੇ ਆਏ, ਤੁਹਾਡੀ ਡਿਊਟੀ ਸੀ। ਕਹਿੰਦੇ ਠੀਕ ਆ ਮਹਾਰਾਜ, ਸਾਨੂੰ ਸੇਵਾ ਤੀਰ ਲਿਆਉਣ ਦੀ ਸੀ ਲਾਈ, ਪਰ ਤੀਰ ਧਰਤੀ ਤੇ ਨਹੀਂ ਕੋਈ ਡਿੱਗਾ, ਜੇ ਡਿੱਗਦਾ ਸੀ ਚੱਕ ਲਿਆ। ਕਹਿੰਦੇ ਪਲਾਟ ਦੇ ਵਿੱਚ ਤਾਂ ਆਹ ਚੀਜ਼ ਕੋਈ ਰਹਿੰਦੀ ਨਹੀਂ ਆ, ਧਰਤੀ ਦੀ ਖਿੱਚ ਆ, ਥੱਲੇ ਨੂੰ ਖਿੱਚ ਲੈਂਦੀ ਹੈ। ਇਸ ਤਰ੍ਹਾਂ ਨਾਲ ਬਚਨ ਵਿਲਾਸ ਕਰਦੇ ਨੇ। ਸਾਰੇ ਸਿੱਖ ਉਹ ਇੱਕੋ ਜਿਹੇ ਖਿਆਲਾਂ ਲਈ ਨਹੀਂ ਹੁੰਦੇ ਹਨ। ਜਿਹੜੇ ਗੁਰੂ ਦੇ ਵਿਅੰਗ ਵਚਨ ਹੁੰਦੇ ਨੇ ਨਾ, ਵਿਅੰਗ, ਉਹਨਾਂ ਨੂੰ ਕਹਿੰਦੇ ਕੋਈ ਕੋਈ ਸਿੱਖ ਸਮਝਦਾ ਹੁੰਦਾ। ਕਿਹੜਾ ਸਮਝਦਾ? ਜਿਹੜਾ ਗੁਰੂ ਦੇ ਹੁਕਮ 'ਚ ਚੱਲਦਾ। ਤਾਂ ਫਿਰ ਇੱਕ ਸਿੱਖ ਬੋਲਿਆ, ਕਹਿੰਦਾ ਗਰੀਬ ਨਵਾਜ਼, ਇਸ ਬਹਾਨੇ ਤੁਸੀਂ ਸਾਨੂੰ ਕੋਈ ਸਿੱਖਿਆ ਦੇਣੀ ਚਾਹੁੰਦੇ? ਕਹਿੰਦੇ ਹਾਂ, ਇਸੇ ਤਰ੍ਹਾਂ ਹੀ। ਲੈ ਕਹਿੰਦੇ ਸੁਣ ਲਓ, ਆ ਜਿਹੜੇ ਸੀ ਫੰਗ ਨੇ ਨਾ, ਫੰਗ, ਉਹ ਜਿਹੜਾ ਸਾਧੂ ਆਇਆ ਸੀ, ਉਹ ਬਰਮਾ ਦਾ ਪੁੱਤਰ ਨਾਰਦ ਸੀ। ਉਹਨੂੰ ਅਲੋਪ ਹੋ ਜਾਣਾ, ਪ੍ਰਗਟ ਹੋ ਜਾਣਾ ਸ਼ਕਤੀ ਹੈ। ਸ਼ਕਤੀ ਤਾਂ ਮਹਾਤਮਾ ਦੇ ਵਿੱਚ ਵੀ ਹੁੰਦੀ ਆ, ਉਹ ਦਿਖਾੜਦੇ ਨਹੀਂ। ਜਿਹਾ ਜਿਹਾ ਸਮਾਂ ਹੋਵੇ ਨਾ, ਉੱਥੇ ਦਿਖਾੜਦੇ ਨੇ। ਜੈਸੇ ਬਾਬਾ ਕੰਸ ਮਹਾਰਾਜ ਜੀ ਫੌਜ ਦੇ ਵਿੱਚ ਨੌਕਰ ਸਨ,
ਤਾਂ ਸਾਰੀ ਰਾਤ ਫਿਰ ਜਾ ਕੇ ਬਾਹਰ ਬੈਠਦੇ ਸਨ। ਆਪਣੀ ਸੁਰਤ ਨੂੰ ਨਾਮ ਨਾਲ ਜੋੜ ਕੇ ਜੋ ਚਿਤਾ ਆਕਾਸ ਵਾਹਿਗੁਰੂ ਦਾ ਦੇਸ਼ ਆ ਉੱਥੇ ਲੈ ਜਾਂਦੇ। ਤਾਂ ਫਿਰ ਕਿਸੇ ਨੇ ਸ਼ਿਕਾਇਤ ਕਰ ਦਿੱਤੀ, ਹੁੰਦੇ ਹੀ ਨੇ ਵਿਰੋਧੀ, ਸਭ ਦੇ ਰੱਬ ਦੇ ਵੀ ਵਿਰੋਧੀ ਨੇ ਜਿਹੜੇ ਨਾਸਤਿਕ ਨੇ। ਤਾਂ ਫਿਰ ਪਰਮੇਸ਼ਰ ਨੇ ਆ ਕੇ ਕਰਮ ਸੇਵਾ ਸਰੂਪ ਧਾਰ ਕੇ ਪਹਿਰਾ ਦਿੱਤਾ ਕਰੋ। ਤਾਂ ਫਿਰ ਬਾਬਾ ਜੀ ਨੇ ਨੌਕਰੀ ਛੱਡ ਦਿੱਤੀ। ਪਠਾਣੀ ਇਲਾਕਾ ਸੀ, ਪਠਾਣੀ। ਤਾਂ ਫਿਰ ਬਾਹਰ ਬੈਠਦੇ ਸਨ ਜਾ ਕੇ ਕੁਲਪਾਣੀ ਨਦੀ ਦੇ ਕਿਨਾਰੇ। ਜਿਹੜੇ ਪਠਾਨ ਲੋਕ ਸਨ ਉਹ ਜਰਦੇ ਨਹੀਂ ਸੀ ਵੀ ਕਿੱਥੋਂ ਆ ਕੇ ਇੱਥੇ ਜਦ ਲੱਗ ਗਿਆ। ਤਾਂ ਫਿਰ ਉਹ ਮਾਰਨ ਵਾਸਤੇ ਜਾਂਦੇ ਸੀ ਰਾਤ ਨੂੰ ਵੀ ਇਹਨਾਂ ਨੂੰ ਮਾਰ ਦਈਏ। ਤਾਂ ਕੀ ਦੇਖਦੇ ਸੀ ਜਾ ਕੇ, ਬਾਂਹ ਕਿਤੇ ਪਈ ਹੈ, ਲੱਤ ਕਿਤੇ ਪਈ ਹੈ, ਸਿਰ ਕਿਤੇ ਪਿਆ। ਉਹ ਡਰ ਜਾਂਦੇ ਸੀ ਵੀ ਇਹਨਾਂ ਨੂੰ ਤਾਂ ਕੋਈ ਮਾਰ ਗਿਆ। ਜਦੋਂ 20 ਕਰਮਾਂ ਪਿੱਛੇ ਹਟਦੇ ਸੀ ਫਿਰ ਘੂਰਾ ਮਾਰ ਦਿੰਦੇ। और इस तरह वो देश ही ऐसा थी, बगैर शक्ति तो उन्होंने लोट नहीं सी आना। जैसे गुरु नानक देव महाराज जी मरदाने के कहण तो मक्के शरीफ से चले गए। तो फिर ਜਿਹੜੇ ਉਹ ਕਾਰੀ ਮਲਾਣੇ ਸੀ ਜੇ ਜਵਾਨੀ ਗੱਲਬਾਤ ਕਰਦੇ ਉਹਨਾਂ ਨੇ ਨਹੀਂ ਮੰਨਣਾ। ਆਦਮੀ ਦੂਏ ਦਾ ਕਾਗਜ਼ ਸੁਣਦਾ ਜਦ ਉਸਦੀ ਅਕਲ ਕੰਮ ਕਰ ਲੋ ਹਰ ਗਈ, ਨਹੀਂ ਸੁਣੇਗਾ ਨਹੀਂ ਕਰੇ। ਦੇਖ ਲਓ ਸੁਣਾ ਕੇ। ਤਾਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਸ਼ਕਤੀ ਹੋਣ ਨੂੰ ਅੱਗੇ ਰੱਖ ਕੇ ਨਹੀਂ ਦਿਖਾਈ, ਉਹਨਾਂ ਦੇ ਭਲੇ ਵਾਸਤੇ। ਆਪਾਂ ਤਾਂ ਹੋਣ ਨੂੰ ਅੱਗੇ ਰੱਖ ਕੇ ਪਖੰਡ ਕਰਦੇ ਹਾਂ ਨਾ, ਨਹੀਂ, ਕਿਸੇ ਦੇ ਭਲੇ ਵਾਸਤੇ। ਕਹਿੰਦੇ ਕੋਈ ਫਾਂਸੀ ਤੋਂ ਛੁੱਟਦਾ ਹੋਵੇ, ਝੂਠ ਬੋਲ ਦੇਵੇ, ਕਹਿੰਦੇ ਸੱਚ ਆ। ਇਸ ਤਰ੍ਹਾਂ ਦੇ ਦਾ ਤਾਂ ਫਿਰ ਸ਼ਕਤੀ ਦਿਖਾੜੀ, ਉਹਨਾਂ ਦਾ ਦਿਮਾਗ ਖੜ ਗਿਆ ਕਾਜੀਆਂ ਵੀ ਇਹ ਤਾਂ ਕੋਈ ਹਰੀ ਅੱਲਾ। ਫਿਰ ਹਕੀਕਤ ਜਨਾਤੀ ਮਹਾਰਾਜ ਨੇ ਉਹ ਕਹਿੰਦੇ ਹਿੰਦੂ ਬੜਾ ਕਿ ਮੁਸਲਮਾਨ ਲਾ, ਆਪਾਂ ਇੱਥੇ ਹੀ ਖੜੇ। ਆਪਾਂ ਨੇ ਬਿਆਦਰੀਆਂ ਡੋਡੀ ਬਣਾ ਲਿਆ। ਉਹ ਕਹਿੰਦਾ ਮੇਰੀ ਬਿਆਦਰੀ ਬੜੀ ਆ, ਉਹ ਕਹਿੰਦਾ ਮੇਰੀ ਬਿਆਦਰੀ ਬੜੀ ਆ, ਉਹ ਕਹਿੰਦਾ ਮੇਰੀ ਬਿਆਦਰੀ ਬੜੀ ਆ। ਉਹ ਬੜੀ ਦਾ ਕਰਨੀ ਆ ਕਰੋ। ਤੁਸੀਂ ਬਿਆਦਰੀ ਨੂੰ ਨਾਲ ਲੈ ਜਾਓਗੇ? ਤੁਸੀਂ ਦੁਨੀਆ ਦੇ ਜਿਹੜੇ ਆਏ ਅਹੁਦੇ ਸ਼ਬਦੇ ਜਿਹਨੇ ਉਹਨਾਂ ਨੂੰ ਨਾਲ ਲੈ ਜਾਓਗੇ ਰਾਜ ਭਾਗ ਨੂੰ? ਨਹੀਂ ਲਿਜਾ ਸਕਦੇ। ਇਹਨੂੰ ਜਾਣਦਾ ਕੌਣ ਹੈ? ਗੁਰੂ। ਗੁਰੂ ਜਾਣਦਾ ਵੀ ਇੱਥੇ ਹੀ ਫਸੀ ਫਿਰਦੀ ਹੈ ਦੁਨੀਆ, ਇਹਨਾਂ ਨੂੰ ਉੱਚੀ ਉਠਾੜਦੀ ਹੈ ਥੋੜ੍ਹੀ ਜਿਹੀ, ਹਕੀਕਤ ਜਣਾ ਦੀ ਇਹਨਾਂ ਨੂੰ। ਵੱਡਾ ਸੰਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ, ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ। ਸਾਰੇ ਇਕੱਠੇ ਹੋ ਸਾਰੇ ਅਰਬ ਦੇ, ਜਿਹੜਾ ਇੱਕ ਹੋਣਾ ਉੱਥੇ ਲੱਖਾਂ ਹੋਊਗਾ। ਮਹਾਰਾਜ ਜੀ ਬੈਠੇ ਨੇ ਸ਼ਾਂਤੀ ਚ, ਨਾਲੇ ਬਚਨ ਮਲਾਸ ਅਰਬੀ ਚ ਕਰਦੇ ਨੇ। ਇਹ ਅਵਤਾਰ ਤਾਂ ਮਹਾਰਾਜ ਜੀ ਦਾ ਪੰਜਾਬ ਦਾ, ਅਰਬੀ ਤਾਂ ਜਾਣਦੇ ਨਹੀਂ ਸਨ। ਅਰਬੀ ਚ ਲਿਖਿਆ ਉੱਥੇ ਸਾਰਾ ਕੁਝ। ਉਹ ਜਿਹੜੇ ਜਾਂਦੇ ਨੇ ਮੱਕੇ ਮੁਸਲਮਾਨ ਦੱਸਦੇ ਨੇ ਆ ਕੇ ਹਿੰਦੂ ਨੂੰ ਤਾਂ ਜਾਣ ਨਹੀਂ ਦਿੰਦੇ, ਸਿੱਖ ਨੂੰ। ਆਓ ਇਸ ਤਰ੍ਹਾਂ ਨਾਲ ਪੁੱਛਣ ਖੋਲ ਕਿਤਾਬ ਨੂੰ। ਕਿਤਾਬ ਵੱਡਾ ਹਿੰਦੂ ਕਿ ਮੁਸਲਮ ਨੂੰ ਦੋ ਮੱਤ ਹੁੰਦੇ ਸਨ। ਪੁੱਛਦੇ ਨੇ ਵੀ ਵੱਡੇ ਹਿੰਦੂ ਨੇ ਕਿ ਮੁਸਲਮਾਨ ਨੇ। ਹੁਣ ਜੇ ਤਾਂ ਕੋਈ ਖੁਦਗਰਜ਼ ਹੁੰਦਾ, ਕੁਝ ਚਾਹੁੰਦਾ ਹੁੰਦਾ ਉਹਨਾਂ ਕੋਲੋਂ ਤਾਂ ਫਿਰ ਇੱਥੇ ਹਕੀਕਤ ਨਾ ਦੱਸਦਾ। ਨਾ ਤਾਂ ਹਿੰਦੂਆਂ ਦਾ ਲਿਹਾਜ਼ ਕਰਿਆ ਗੁਰੂ ਸਾਹਿਬ ਜੀ ਨੇ, ਨਾ ਮੁਸਲਮਾਨਾਂ ਦਾ ਲਿਹਾਜ਼ ਕਰਿਆ, ਨਾ ਸਿੱਖਾਂ ਦਾ ਲਿਹਾਜ਼ ਕਰਿਆ। ਲਿਹਾਜ਼ ਆਪਣਾ ਕਲਗੀਧਰ ਮਹਾਰਾਜ ਜੀ 1700 ਮਸੰਦ ਤੇਲ ਦੇ ਵਿੱਚ ਫੂਕਿਆ ਸੀ। ਆਪਾਂ ਚਾਹਮਦੇ ਫਿਰਦੇ ਹਾਂ। ਅੱਗੇ ਤਾਂ ਕਰਨੀ ਦਾ ਮੁੱਲ ਪੈਣਾ ਕਰੋ। ਇਹ ਤਾਂ ਰਗੜੇ ਝਗੜੇ ਤਾਂ ਇੱਥੇ ਹੀ ਰਹਿ ਜਾਣੇ ਨੇ ਸਾਹਿਬ। ਅੱਗੇ ਦਾ ਜਿਹੜਾ ਜਾਣਾ ਜੀਵ ਜਾਣਾ ਇਹਦੇ ਅੰਦਰ ਆ, ਜਿਹੜਾ ਉਸ ਨੂੰ ਸਜ਼ਾ ਜਜਾ ਕੇ ਮਿਲੇਗੀ।
ਦਵੇਗਾ ਕੌਣ? ਜੋ ਅਸੂਲ ਆ ਪਰਮੇਸ਼ਰ। ਇਹਦਾ ਤਾਂ ਫਿਰ ਹੋਰ ਕਿਤੇ ਵਾਹ ਪੈਣਾ। ਕਰਮ ਕਰਨ ਨੂੰ ਸੁਤੰਤਰ ਹੈ, ਭੋਗਣ ਨੂੰ ਪ੍ਰਤੰਤਰ ਹੈ। ਹੁਣ ਆਪਾਂ ਆਦਮੀ ਨੂੰ ਮਾਰ ਨਹੀਂ ਸਕਦੇ, ਪਰ ਫਲ ਤਾਂ ਫਿਰ ਪਰਮੇਸ਼ਰ ਨੇ ਦੇਣਾ। ਗੁਰੂ ਜਿਹੇ ਜਿਹੇ ਕਰਮ ਕਰੇਗਾ ਪੜੋ, ਫਲ ਭੋਗੇਗਾ। ਪੜੋ ਇਹ ਮੁੱਕਿਆ ਜੈਸਾ ਬੀਜੇਗਾ ਉਡੇਗਾ ਦੋਸ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਮਰ ਜਨ। ਆਪਣਾ ਮੁੰਡਾ ਇੱਥੇ ਚੋਰੀ ਕਰੇ, ਆਪਾਂ ਦੁਨੀਆ ਦੇ ਸਿਰ ਥੱਪ ਦਿੰਦੇ। ਸਾਡਾ ਮੁੰਡਾ ਕਾਹਨੂੰ ਇਹੋ ਜਿਹਾ? ਇਹ ਤਾਂ ਐਵੇਂ ਸਾਡੇ ਗਵਾਂਢੀਆਂ ਨੇ ਦੂਸਰੇ ਲਾਤਾ। ਪਰ ਉੱਥੇ ਕਿਹੜੇ ਗਵਾਂਢੀ ਨੂੰ ਲਿਜਾਵੇਗਾ? ਉੱਥੇ ਕਿਹਨੂੰ ਲਿਜਾਵੇਗਾ? ਗਵਾਹੀ ਕੌਣ ਦੇਵੇਗਾ ਤੇਰੀ? ਉੱਥੇ ਉਸਦਾ ਇਕੱਲਾ ਹੀ ਲੂੜਿਆ ਹੋਵੇਗਾ ਸੰਗਲਾਂ ਦਾ। ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਕਿਉਂ ਸਾਰੀ ਦੁਨੀਆ ਮੱਕੇ ਸ਼ਰੀਫ ਦਾ ਹੱਜ ਕਰਨ ਗਈ ਹੋਈ ਸੀ। ਉੱਥੇ ਮਹਾਰਾਜ ਜੀ ਉਹਨਾਂ ਨੂੰ ਉਪਦੇਸ਼ ਕਰਨ ਲੱਗੇ। ਬਾਬਾ ਆਖੇ ਹਾਜੀਆਂ ਸੁਭ ਅਵਲਾ ਬਾਜੋ ਦੋਵੇਂ ਰੋਈ। ਸੋ ਕਰਮਾਂ ਦਾ ਅੱਗੇ ਮੁੱਲ ਪੈਣਾ, ਚਾਹੇ ਸਿੱਖ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਬੋਧੀ ਹੈ, ਅੰਗਰੇਜ਼ ਹੈ, ਅਮਰੀਕਨ ਹੈ, ਜਰਮਨ ਹੈ, ਕੋਈ ਹੈ, ਚਾਹੇ ਪੁਰਾਣੀ ਮਾਤਰ ਜਾਣੀ, ਸਾਰੇ ਇੱਕੋ ਜਿਹੇ ਨੇ। ਸਾਰੇ ਇਹ ਲਹਿਦਾ ਦੇਸ਼ਾਂ ਦੇ ਨਾਮ ਨੇ। ਮਹਾਰਾਜ ਕਹਿੰਦੇ ਵੀ ਉੱਥੇ ਦਾ ਸੁਭ ਕਰਮ, ਉੱਥੇ ਜਾਤ ਪਾਤ ਨਹੀਂ ਕਿਸੇ ਦੇ, ਨਾ ਉੱਥੇ ਚੌਧਰ ਪੁੱਛਣੀ ਆ ਜਿਹੜੀ ਦੁਨੀਆ ਦੇ ਉੱਤੇ ਜ਼ੁਲਮ ਕਰਦਾ ਹੁਕਮ ਨੂੰ ਅੱਗੇ ਰੱਖ ਕੇ। ਕਿਸੇ ਨੇ ਨਹੀਂ ਪੁੱਛਣਾ ਤੈਨੂੰ ਉੱਥੇ। ਉਹਨੇ ਕਿਹੜੀ ਦੋਜਕਾਂ ਦੇ ਅੱਗ ਦੇ ਵਿੱਚ ਜਲਦੇ ਰਹਿਣਗੇ, ਜਲਦੇ। ਜਿਹੜਾ ਜੀਵ ਆ ਨਾ ਉਹ ਹਮੇਸ਼ਾ ਅੱਗ ਦੇ ਵਿੱਚ ਜਲਦਾ ਰਹੇਗਾ। ਗੁਰੂ ਬਾਬਾ ਆਖੇ ਹਾਜੀਆਂ ਤੂੰ ਅਬਲਾ ਬਾਜੋਂ ਦੋਵੇਂ ਰੋਈ। ਹਿੰਦੂ ਚੰਗੇ ਕਰਮ ਕਰਦਾ ਉਹ ਚੰਗਾ, ਸਿੱਖ ਚੰਗੇ ਕਰਮ ਕਰਦਾ ਉਹ ਚੰਗਾ, ਮੁਸਲਮਾਨ ਚੰਗੇ ਕਰਮ ਕਰਦਾ ਉਹ ਚੰਗਾ। ਜੇ ਨਹੀਂ ਕਰਦਾ ਤਾਂ ਰੱਬ ਦੀ ਦਰਗਾਹ ਦੇ ਵਿੱਚ ਤਾਂ ਦੋਹਾਂ ਨੂੰ ਹੀ ਰੋਣਾ ਪੈਣਾ। ਬੜੋ ਬੁਰੇ ਚੰਗੇ ਅਵਲਾ ਬਾਜੋ ਦੋਵੇਂ
नहीं बिगड़ा। ਉਹ ਜਿਹੜਾ ਸਾਧੂ ਪੰਗ ਲੈ ਕੇ ਆਇਆ ਸੀ, ਹਮਾਉ ਪੰਖੀ ਦੇ ਪੰਗ ਸਨ। ਹਮਾਉ ਪੰਖੀ ਉਰਦੂ ਵਾਲਿਆਂ ਨੇ ਲਿਖਿਆ, ਕਹਿੰਦੇ ਜਿਹਦੇ ਸਿਰ ਤੇ ਉਹਦਾ ਛਾਇਆ ਪੈ ਜਾਵੇ ਨਾ, ਚੱਕਰਵਰਤੀ ਰਾਜਾ ਬਣਦਾ, ਪਰ ਉਹ ਆਉਂਦਾ ਹੀ ਨਹੀਂ ਥੱਲੇ। ਇੱਕ ਹਵਾ ਉੱਤੇ ਉੱਥੇ ਹੀ ਫਿਰੀ ਜਾਂਦਾ, ਉੱਥੇ ਹੀ ਆਂਡੇ, ਉੱਥੇ ਹੀ ਬਚੇ, ਥੱਲੇ ਨਹੀਂ ਆ ਸਕਦਾ। ਕਹਿੰਦੇ ਜਿਤਨੇ ਤੀਰ ਸਨ ਫੰਗਾਂ ਦੇ ਜੁੜਨ ਕਰਕੇ ਸਾਰੇ ਹਵਾਓ ਪੰਖੀ ਦੇ ਦੇਸ਼ 'ਚ ਚਲੇ ਗਏ। ਹੈ ਗੁਰਸਿੱਖੋ, ਜਿਹੜੀ ਗੁਰਬਾਣੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਲੋਕ 'ਚੋਂ ਆਈ ਹੈ। ਤੁਸੀਂ ਆਪਣੇ ਮਨ ਨੂੰ ਬਾਣੀ ਦੇ ਨਾਲ ਜੋੜ ਦਿਓ, ਬਾਣੀ ਪੜ੍ਹਿਆ ਕਰੋ, ਮਨ ਨੂੰ ਇਕਾਗਰ ਕਰਕੇ, ਮਾਇਆ ਨੂੰ ਅੱਗੇ ਰੱਖ ਕੇ ਨਾ ਪੜ੍ਹਿਆ ਕਰੋ ਵੀ ਮੈਂ ਤਾਂ ਇਤਨੇ ਪੈਸੇ ਲਊਂਗਾ 1 ਘੰਟੇ। ਚਾਹੇ ਪਾਠ ਕਰਦੇ ਆ, ਚਾਹੇ ਰਾਗ ਕਰਦੇ ਆ, ਚਾਹੇ ਕੀਰਤਨ ਕਰਦੇ, ਉਹ ਤਾਂ ਫਿਰ ਮੁੱਲ ਪੈ ਗਿਆ ਕਰੋ। ਨਹੀਂ, ਨਿਰੀਛਤ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟਾ। ਨਹੀਂ ਕੋਈ ਇੱਛਾ ਆਪਣੀ ਕੀਰਤਨ ਕਰਦੇ ਜਿਹੜਾ ਨਿਰਵਾਣ ਕਰੇਗਾ, ਇੱਛਾ ਕੋਈ ਨਾ ਹੋਵੇ, ਉਹ ਜਿਹੜਾ ਨਿਰੀਖਤ ਬਾਣੀ ਪੜ੍ਹੇਗਾ, ਜੋ ਪ੍ਰਲਬਧ ਨੂੰ ਸਾਰਾ ਵਸ ਮਿਲ ਜਾਣਾ। ਇਸ ਨੂੰ ਖਬਰਾਂ ਜ਼ਿਆਦਾ ਹੀ ਮਿਲ ਜਾਵੇ, ਖਬਰਾਂ ਜ਼ਿਆਦਾ ਹੀ ਮਿਲ ਜਾਵੇ। ਉਹ ਇਸ ਤਰ੍ਹਾਂ ਇਹਦੇ ਨਾਲ, ਜਿਸ ਤਰ੍ਹਾਂ ਸੱਤਾ ਤੇ ਬਲਵੰਡਾ ਤੋਂ ਰਾਗੀ ਹੋਏ ਨੇ ਪੰਜਵੇਂ ਪਾਤਸ਼ਾਹ ਮਹਾਰਾਜ, ਉਹਨਾਂ ਦੀ ਭਤੀਜੀ ਦਾ ਵਿਆਹ ਤੀ, ਲੜਕੀ ਦਾ ਕਹਿ ਲਓ, ਉਹ ਲਾਲਚੀ ਹੋ ਗਏ, ਗੁਰਮੁਖੋ ਲਾਲਚ ਬੁਰਾ। ਪੰਜਵੇਂ ਪਾਤਸ਼ਾਹ ਕਹਿਣਗੇ ਵੀ ਤੁਸੀਂ ਗੁਰੂ ਘਰ ਦੇ ਰਾਗੀ ਹੋ, ਤੋਂ ਜਿੰਨਾ ਪੈਸਾ ਮੰਗੋਗੇ ਉਹਨਾਂ ਦੇ ਦਿੰਦੇ। ਕਹਿੰਦੇ ਨਹੀਂ ਜੀ, ਇਸ ਤਾਂ ਉਹ ਵਿਸਾਖੀ ਦਾ ਚੜਾਵਾ ਸਾਨੂੰ ਦੇ ਦਿਓ ਸਾਰਾ। ਹੋ ਗਿਆ ਉਹਨਾਂ ਲਾਲਚੀ, ਫਿਰ ਮੁਕਤ ਕਿੱਥੇ ਆ? ਹਰ ਵਿਸਾਖੀ ਨੂੰ ਚੜਾਵਾ ਚੜਿਆ ਹੀ ਨਾ ਮਹਾਰਾਜ ਦੇ ਮਨ ਪਰੇ ਤੇ ਸੰਗਤ ਦੇ, ਉਹ ਗੁੱਸੇ ਹੋ ਗਏ ਸੀ। ਫਿਰ ਉਹ ਇਸ ਤਰ੍ਹਾਂ ਨਾਲ ਕਲਗੀਧਰ ਮਹਾਰਾਜ ਜੀ ਕਹਿੰਦੇ ਵੀ ਗੁਰਸਿੱਖੋ, ਬਾਣੀ ਪੜ੍ਹਿਆ ਕਰੋ। ਗੁਰਬਾਣੀ ਬਿਨਾਂ, ਨਾਮ ਬਿਨਾਂ ਛੁਟਕਾਰਾ ਨਹੀਂ ਹੈ, ਪਰ ਮਨ ਨੂੰ ਇਕਾਗਰ ਕਰਕੇ ਬਾਣੀ ਪੜ੍ਹਿਆ ਕਰੋ। ਫਿਰ ਜਦ ਤੁਸੀਂ ਮਨ ਨੂੰ ਬਾਣੀ ਨਾਲ ਇਕਾਗਰ ਕਰ ਦਿਓਗੇ, ਤੁਹਾਡਾ ਹੋਰ ਫੁਰਨਾ ਨਹੀਂ ਕੋਈ ਹੋਵੇਗਾ। ਜੇ ਹੋਰ ਫੁਰਨਾ, ਫੇਰ ਨਹੀਂ ਕਦੇ ਵੀ ਜਾਣਾ ਜਿੱਥੇ ਬਾਣੀ ਆਏ। ਜਿੱਥੇ ਫੁਰਨੇ ਦੇ ਮੂਹਰੇ ਰਾਹ ਰੋਕ ਦੇਣਾ। ਫਿਰ ਇਹ ਤੁਹਾਨੂੰ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਦੇ ਲੋਕ ਨੂੰ ਲੈ ਜਾਵੇ। ਦੱਸਿਆ ਨਾ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਜਿਹੜਾ ਨਾਮ ਜਪਦਾ, ਉਹ ਜਿੱਥੇ ਜਾਣਾ ਚਾਹੇ ਉੱਥੇ ਜਾ ਸਕਦਾ। ਪੜੋ ਪ੍ਰੇਮ ਦੇ ਨਾਲ ਆਓ। ਅਬ ਤੋਂ ਟਾਈਮ ਹੋ ਗਿਆ, ਮੈਂ ਯਾਦ ਹੀ ਨਹੀਂ ਕਰਿਆ, ਕੱਲ ਨੂੰ ਸ਼ੁਰੂ ਕਰਾਂਗੇ। ਆਨੰਦ ਸਾਹਿਬ ਦੇ ਵਿੱਚ ਬੋਲੋ, ਫਿਰ ਆਪਾਂ ਗੁਰੂ ਸਤੋਤਰ ਦੇ ਵਿੱਚ, ਫਿਰ ਗੁਰੂ ਅੱਗੇ ਅਰਦਾਸ 'ਚ ਜੁੜਾਂਗੇ। ਫਿਰ ਆਪਾਂ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ, ਸ਼ੀਤ ਪ੍ਰਸ਼ਾਦ ਲੈ ਕੇ ਗੁਰੂ ਦਾ, ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਕੱਲ ਨੂੰ ਸ਼ੁਰੂ ਕਰਾਂਗੇ। ਪੜੋ ਪ੍ਰੇਮ। ਰਾਮ ਕਲੀ ਮਹਲਾ ਤੀਜਾ, ਆਨੰਦ ਓਮਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੇ
Yeah.